ਭਗਵਾਨ ਦਾਸਨ ਦਾਸ ਕਹਿ ਜਨ ਨਾਨਕ। ਜਿਹਾ ਤੂੰ ਕਰਾਏ ਤੇਹਾ ਹਉ ਕਰੀ ਬਖਿਆਨ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਜਗਤ ਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ, ਦੀਨਾ ਬੰਧੂ ਗਰੀਬ ਨਵਾਜ, ਜਿਨ੍ਹਾਂ ਦੀ ਅਪਾਰ ਕਿਰਪਾ ਬਖਸ਼ਿਸ਼ ਵਰਤ ਰਹੀ ਹੈ। ਆਪ ਸਾਰੀਆਂ ਸੰਗਤਾਂ ਗੁਰੂ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਦੇ ਪ੍ਰੇਮ ਸ਼ਰਧਾ ਭਾਵਨਾ ਨਾਲ ਦਰਸ਼ਨ ਕਰ ਰਹੇ ਹੋ। ਨਾਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਜੀ, ਧਰਮ ਦੀ ਚਾਦਰ ਦਾਤਾ ਜੀ, ਜਿਨ੍ਹਾਂ ਦੀ ਆਤਮਾ ਦੀ ਆਵਾਜ਼, ਜਿਨ੍ਹਾਂ ਦੇ ਮੁਖਾਰ ਬਿੰਦ ਤੋਂ ਜੋ 57 ਸ਼ਲੋਕ ਨਿਕਲੇ ਹਨ, ਉਹਨਾਂ ਦੀ ਕਥਾ ਵਿਚਾਰ ਆਪ ਸੰਗਤਾਂ ਸਰਵਣ ਕਰ ਰਹੇ ਹੋ। ਮਹਾਰਾਜ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ, ਸਿਰ ਤੇ ਹੱਥ ਰੱਖਣ, ਨਿਮਾਣਿਆਂ ਨੂੰ ਮਾਣ ਬਖਸ਼ਣ ਵਾਲੇ, ਨਿਤਾਣਿਆਂ ਨੂੰ ਤਾਣ ਬਖਸ਼ਣ ਵਾਲੇ, ਨਿਪਤਿਆਂ ਨੂੰ ਪਦ ਬਖਸ਼ਣ ਵਾਲੇ। ਆਓ ਸਾਰੀ ਸੰਗਤ ਪੜ੍ਹਿਓ, ਫਿਰ ਆਰੰਭਤਾ ਹੋ ਜਾਣੀ ਹੈ। ਸਿੰਘ ਸਾਹਿਬ ਜੀ ਇੱਕ ਇੱਕ ਪੌੜੀ ਰਾਗ ਦੇ ਵਿੱਚ ਪੜ੍ਹਨਗੇ, ਨਾਲ ਅਰਥ। ਆਓ ਸਾਰੇ ਬਾਪੂ ਤੋਂ ਆਸ਼ੀਰਵਾਦ ਲਈਏ। ਮਹਾਰਾਜ ਕਰੋ ਮੇਰ। ਗੁਰ ਤੇਗ ਬਹਾਦਰ ਸਿਮਰਿਐ, 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 ਤੇਗ ਬਹਾਦਰ ਸਿਮਰਿਐ, ਗੁਰ ਤੇਗ ਬਹਾਦਰ ਸਿਮਰਿਐ। ਹਰਿ ਨਾਮ ਨਿਧ ਆਵੈ ਧਾਇ, ਹਰਿ ਨਾਮ ਨਿਧ ਆਵੈ ਧਾਇ, ਹਰਿ ਨਾਮ ਨਿਧ ਆਵੈ ਧਾਇ, ਹਰਿ ਨਾਮ ਨਿਧ ਆਵੈ ਧਾਇ। ਸਭ ਥਾਈ ਹੋਏ ਸਹਾਇ, ਸਭ ਥਾਈ ਹੋਏ ਸਹਾਇ, ਸਭ ਥਾਈ ਹੋਏ ਸਹਾਇ, ਸਭ ਥਾਈ ਹੋਏ ਸਹਾਇ। ਗੁਰ ਤੇਗ ਬਹਾਦਰ ਸਿਮਰਿਐ, 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 ਤੇਗ ਬਹਾਦਰ ਸਿਮਰਿਐ, ਗੁਰ ਤੇਗ ਬਹਾਦਰ ਸਿਮਰਿਐ, ਗੁਰ ਤੇਗ ਬਹਾਦਰ ਸਿਮਰਿਐ, ਗੁਰ ਤੇਗ ਬਹਾਦਰ ਸਿਮਰਿਐ, ਤੇਗ ਬਹਾਦਰ ਸਿਮਰਿਐ, ਗੁਰ ਤੇਗ ਬਹਾਦਰ ਸਿਮਰਿਐ। ਹਰਿ ਨਾਮ ਨਿਧ ਆਵੈ ਧਾਇ, ਹਰਿ ਨਾਮ ਨਿਧ ਆਵੈ ਧਾਇ, ਹਰਿ ਨਾਮ ਨਿਧ ਆਵੈ ਧਾਇ, ਹਰਿ ਨਾਮ ਨਿਧ
ਸਭ ਥਾਈ ਹੋਏ ਸਹਾਈ, ਸਭ ਥਾਈ ਹੋਏ ਸਹਾਈ। ਮਹਾਰਾਜ ਸਾਰਿਆਂ ਥਾਵਾਂ ਤੇ ਸਹਾਇਤਾ ਕਰਦੇ ਹੈ। ਮੱਖਣ ਸ਼ਾਹ ਅਰਦਾਸ ਕਰਦਾ, ਹੇ ਗੁਰੂ ਪਾਤਸ਼ਾਹ ਜੀ, ਮੇਰੀ ਜ਼ਿੰਦਗੀ ਦਾ ਬੇੜਾ ਵੀ ਡੁੱਬ ਚੱਲਿਆ, ਇੱਥੇ ਮੇਰੇ ਸਮਾਨ ਦਾ ਬੇੜਾ ਵੀ ਡੁੱਬ ਚੱਲਿਆ। ਮਹਾਰਾਜ ਮੇਰਾ ਅੱਜ ਬੇੜਾ ਬੰਨੇ ਲਾ ਦਿਓ। ਇਹ ਸਾਰਿਆਂ ਦੀ ਜ਼ਿੰਦਗੀ 'ਚ ਇੱਕ ਅੱਧੀ ਘਟਨਾ ਐਸੀ ਹੁੰਦੀ ਹੈ ਜਿਸ ਘਟਨਾ ਦੇ ਵਿੱਚ ਜ਼ਿੰਦਗੀ 'ਚ ਐਸਾ ਮੋੜ ਆਉਂਦਾ ਵੀ ਜਦੋਂ ਆਪਾਂ ਕਹਿੰਦੇ ਮਹਾਰਾਜ ਮੇਰਾ ਬੇੜਾ ਬੰਨੇ ਲਾ। ਸੱਚੇ ਪਾਤਸ਼ਾਹ ਲਾਉਂਦੇ ਵੀ ਹੈ। ਗਲਤੀਆਂ ਦੇ ਪੁਤਲੇ ਆ, ਜ਼ਿੰਦਗੀ 'ਚ ਕਈ ਉਤਰਾਅ ਚੜ੍ਹਾਅ ਆਉਂਦੇ ਆ। ਕਈ ਵਾਰੀ ਬੰਦਾ ਤਾਂ ਜਾਂਦਾ ਠਾਂ ਜਾਂਦਾ ਏ, ਗੁਰੂ ਸਾਹਿਬ ਸੱਚੀ ਮੋਢਾ ਲਾ ਕੇ ਬੇੜਾ ਬੰਨੇ ਤਾਰਦੇ। ਅਰਦਾਸ ਕਰਿਓ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ, ਸਾਡੀ ਜ਼ਿੰਦਗੀ ਦਾ ਬੇੜਾ ਵੀ ਡੁੱਬਣ ਦਿਆ ਵਿਕਾਰਾਂ 'ਚ, ਲਾ ਦਿਓ ਮੋਢਾ। ਲਾ ਕੇ ਮੋਢਾ ਸਤਿਗੁਰੂ ਪਾਤਸ਼ਾਹ ਇਸ ਬੇੜੇ ਨੂੰ ਬੰਨੇ ਲਾਇਓ, ਤੇਰੇ ਬੱਚੇ ਹਾਂ। ਆਓ ਸਾਧ ਸੰਗਤ ਸੀਸਾਂ ਦਿਓ ਜੀ। ਸਤਨਾਮ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇਕ ਓੰਕਾਰ ਸਤਿਗੁਰ ਪ੍ਰਸਾਦ। ਪਰਮਾਤਮਾ ਇੱਕ ਹੈ, ਉਹਦਾ ਕੋਈ ਖਾਸ ਰੂਪ ਨਹੀਂ। ਨਿਰੰਕਾਰ ਹੈ, ਆਕਾਰ ਤੋਂ ਰਹਿਤ ਹੈ, ਰੂਪ ਤੋਂ ਰਹਿਤ ਹੈ, ਰੰਗ ਤੋਂ ਰਹਿਤ ਹੈ। ਸਾਰੀ ਸ੍ਰਿਸ਼ਟੀ ਦਾ ਮਾਲਕ ਹੈ। ਸਤਿਗੁਰ ਸੱਚਾ ਹੈ, ਉਹਦੀ ਹਸਤੀ ਸਦਾ ਰਹਿਣ ਵਾਲੀ ਹੈ। ਪ੍ਰਸਾਦ ਉਹਦੀ ਕਿਰਪਾ ਵੱਲ ਸਾਰੀ ਜੀਵ ਵੇਖ ਰਹੇ ਹੈ। ਕੀੜੀ ਤੋਂ ਲੈ ਕੇ ਹਾਥੀ ਤੱਕ ਵੇਖ ਰਹੇ ਹੈ ਕਿ ਕਦੋਂ ਕਿਰਪਾ ਹੋਵੇ। ਆਪਾਂ ਸਾਰੇ ਸਵੇਰ ਤੋਂ ਸੰਗਤ ਆ ਰਹੀ ਹੈ, ਮੱਥਾ ਟੇਕ ਰਹੀ ਹੈ, ਉਹਦਾ ਕਾਰਨ ਕੀ? ਮਹਾਰਾਜ ਕਿਰਪਾ ਕਰੋ, ਕਿਰਪਾ ਕਰੋ, ਕਿਰਪਾ ਕਰੋ। ਪ੍ਰਸਾਦ ਦਾ ਅਰਥ ਕਿਰਪਾ ਹੈ। ਮਹਾਰਾਜ ਦੀ ਰਹਿਮਤ ਦਇਆ, ਗਰੀਬ ਨਵਾਜੀ ਚੀਟੀ ਤੇ ਪੁੰਚਰੇ ਸਥੂਲਾ, ਸਭ ਪਰ ਕਿਰਪਾ। ਕਹਿੰਦੇ ਇੱਕ ਕੀੜੀ ਤੋਂ ਲੈ ਕੇ ਤੇ ਹਾਥੀ ਤੱਕ ਉਹਦੀ ਕਿਰਪਾ ਹੈ। ਤੇ ਹੁਣ ਕੀੜੀ ਵੱਲ ਕਿਤੇ ਵੇਖੀਏ ਤੇ ਨਾ ਉਹਦਾ ਪਤਾ ਲੱਗਦਾ ਕਿ ਉਹਦੇ ਪੈਰ ਕਿੱਥੇ ਆ, ਢਿੱਡ ਕਿੱਥੇ ਹੈ, ਉਹਦੀਆਂ ਅੱਖਾਂ ਕਿਹੜੀਆਂ। ਇੰਨੀ ਬਰੀਕ ਦ੍ਰਿਸ਼ਟੀ ਹੈ ਪਰਮੇਸ਼ਰ ਦੀ। ਉਹ ਕੀੜੀ ਦਾ ਵੀ ਹਿਸਾਬ ਕਿਤਾਬ ਰੱਖਦਾ ਹੈ। ਗੁਰੂ ਗੋਬਿੰਦ ਸਿੰਘ ਚੌਪਈ ਸਾਹਿਬ 'ਚ ਕਹਿ ਰਹੇ ਬਾਪੂ ਜੀ, ਕਹਿੰਦੇ ਇਸ ਕਰਕੇ ਭਾਈ ਤੂੰ ਤੇ ਫਿਰ ਵੀ 5.5 ਫੁੱਟ ਦਾ ਏ, ਤੇ ਕਹਿੰਦਾ ਮੈਨੂੰ ਕਿਹੜਾ ਕੋਈ ਵੇਂਹਦਾ ਹੈ। ਵੇਂਹਦਾ ਕਿਉਂ ਨਹੀਂ ਹੈ? ਘਟ ਘਟ ਕੇ ਅੰਤਰ ਕੀ ਜਾਣਤ। ਤੂੰ 6 ਫੁੱਟ ਦਾ ਮਾੜੇ ਕਰਮ ਕਰਦਾ ਫਿਰਦਾ ਏ, ਤੇ ਕਹਿੰਦਾ ਏ ਮੈਨੂੰ ਕਿਹੜਾ ਕੋਈ ਵੇਂਹਦਾ ਏ। ਜੇ ਕੋਈ ਵੇਖੇ ਕਹਿੰਦਾ ਜਾ ਜੋ ਕਰਨਾ ਕਰ ਲਾ। ਕਈ ਵਾਰੀ ਆਪਾਂ ਵੇਖੀਦਾ ਕਈ ਬੰਦੇ ਗਲਤ ਕੰਮ ਕਰਕੇ ਕਹਿੰਦੇ ਜਾ ਕੀਤਾ ਹੀ, ਜਾ ਜੋ ਮਰਜ਼ੀ ਕਰਨਾ ਕਰ ਲਾ। ਤੇ ਉਹ ਅੱਗੋਂ ਗਰੀਬ ਕਹਿੰਦਾ ਮੈਂ ਨਹੀਂ ਕਰੂੰਗਾ ਤੇ ਫਿਰ ਉਹ ਹੀ। ਤੇ ਜਦੋਂ ਉਹਦੇ ਵੱਲ ਨੂੰ ਉਂਗਲ ਜਾਂਦੀ ਜੇ, ਉਹਦੀ ਮਾਰ ਬੜੀ ਭੈੜੀ ਜੇ। ਬੰਦੇ ਦੀ ਮਾਰ ਤੇ ਅਜੇ 2-4 ਦਿਨ ਦਰਦ ਹੁੰਦਾ ਏ ਸੰਗਤ ਜੀ। ਜਦੋਂ ਰੱਬ ਦੀ ਮਾਰ ਪੈਂਦੀ ਕਈ ਜਨਮ ਤੱਕ ਸੁਰਤ ਨਹੀਂ ਜੀ ਆਉਂਦੀ। ਇਸ ਕਰਕੇ ਉਹਦੀ ਮਾਰ ਤੋਂ ਬਚਣਾ ਚਾਹੀਦਾ। ਤੇ ਬਚਣਾ ਕਿੱਦਾਂ ਏ? ਆਪਸ ਕੋ ਜੋ ਜਾਣੇ ਨੀਚਾ। ਬਚਣਾ ਕਿੱਦਾਂ ਏ? ਬਾਬਾ ਫਰੀਦ ਸਾਹਿਬ ਵਰਗੇ ਮਹਾਂਪੁਰਖ ਕਹਿੰਦੇ ਐ, ਕਵਣ ਸੋ ਅੱਖਰ ਕਵਣ ਗੁਣ, ਕਵਣ ਸੋ ਮਣੀਆਂ ਮੰਤ। ਭੈਣੇ ਕਿਹੜਾ ਮੰਤਰ ਹੈ ਤੇਰੇ ਕੋਲੇ, ਕਿਹੜਾ ਤੇਰੇ ਕੋਲ ਗੁਣ ਹੈ? ਤੂੰ ਆਪਣੇ ਪਤੀ ਪਰਮੇਸ਼ਰ ਨੂੰ ਵਸ 'ਚ ਕਰੀ ਫਿਰਦੀ ਹੈ। ਤੇ ਅੱਗੋਂ ਫਿਰ ਜਗਿਆਸੂ ਕਹਿੰਦਾ ਏ ਮੇਰੇ ਕੋਲ ਆਹ 3 ਚੀਜ਼ਾਂ ਨੇ। ਨਿਮਣ ਸੋ ਅੱਖਰ, ਇਹ ਮੇਰੇ ਅੰਦਰ ਨਿਮਰਤਾ ਹੈ। ਸਾਡੀ ਜ਼ਿੰਦਗੀ 'ਚ ਹੈਗੀ ਹੈ? ਮੇਰੇ 'ਤੇ ਨਹੀਂ ਹੈਗੀ ਜੀ।
ਪਹਿਲਾ ਪੇਪਰ ਫੇਲ ਆ ਮੈਂ। ਦੂਜਾ ਇਹ ਪੇਪਰ ਖਮਣ ਗੁਣ, ਕਿਸੇ ਦੇ ਕਹੇ ਹੋਏ ਬੋਲਾਂ ਨੂੰ ਵੀ ਜਰਨ ਦੀ ਸ਼ਕਤੀ ਰੱਖਣੀ। ਆਪਾਂ ਨੂੰ ਕੋਈ ਮਾੜਾ ਜਿਹਾ ਕਹੇ ਤੇ ਸਹੀ, ਆਪਾਂ ਕਿਹਦਾ ਆ ਬਾਹਰ। ਇਹ ਗੁਣ ਹੈ ਰੱਬ ਨੂੰ ਪਿਆਰ ਕਰਨ ਦੇ। ਨਿਮਣ ਸੁਅੱਖਰ, ਇਹ ਨਿਮਰਤਾ ਕਿਤੇ ਗੁਰੂ ਅੰਗਦ ਸਾਹਿਬ ਮਹਾਰਾਜ ਗੁਰੂ ਅਮਰਦਾਸ ਜੀ ਦੇ ਵਿੱਚ ਵੇਖੀ। ਗੁਰੂ ਅਮਰਦਾਸ ਜੀ ਦੀ ਵੱਖੀ 'ਚ ਲੱਤ ਮਾਰੀ ਦਾਤੂ ਨੇ, ਤਖਤ ਤੋਂ ਬੈਠੇ ਬਾਪੂ ਨੂੰ ਲੱਤ ਮਾਰ ਕੇ ਸੁੱਟ ਦਿੱਤਾ। ਜਦੋਂ ਬਾਪੂ ਜੀ ਡਿੱਗ ਪਏ ਤੇ ਉੱਠ ਕੇ ਕਹਿੰਦੇ, ਪੁੱਤਰ ਤੇਰੀ ਲੱਤ ਨੂੰ ਦਰਦ ਤੇ ਨਹੀਂ ਹੋਇਆ? ਉਹ ਐਸਾ ਦਰਦ ਪਿਆ ਮੁੜ ਕੇ ਰੁਕਦਾ ਹੀ ਨਹੀਂ ਸੀ। ਤੇ ਗੁਰੂ ਸਾਹਿਬ ਦੇ ਵਿੱਚ ਇੰਨਾ ਪਿਆਰ ਹੈ, ਨੋਟ ਕਰਿਓ। ਮਹਾਰਾਜ ਕਹਿੰਦੇ, ਭੈਣੇ ਕਿੱਦਾਂ ਪ੍ਰਮਾਤਮਾ ਨੂੰ ਵਸ 'ਚ ਕੀਤਾ ਈ? ਤੇ ਉਹ ਫਿਰ ਉਹਨੇ ਅੱਗੋਂ ਜਵਾਬ ਦਿੱਤਾ, ਕਹਿੰਦੀ ਨਿਮਣ ਸੁਅੱਖਰ, ਨਿਮਰਤਾ ਧਾਰਨ ਕਰ, ਖਮਣ ਗੁਣ ਤੇਰੇ ਵਿੱਚ ਜਰਨ ਦੀ ਸ਼ਕਤੀ ਹੋਵੇ। ਤੇ ਤੀਜਾ ਕੀ ਹੈ? ਜੇਹਬਾ ਮਣੀਆਂ, ਤੇਰੀ ਜ਼ੁਬਾਨ ਮਿੱਠੀ ਹੋਵੇ, ਤੇਰੇ ਮੁਖ ਚੋਂ ਮਿੱਠਾ ਗਿਰੇ। ਆਪ ਵੀ ਸੌਖਾ ਰਵੇਂਗਾ ਤੇ ਅਗਲੇ ਨੂੰ ਵੀ। ਹੁਣ ਕਈ ਵਾਰੀ ਕਥਾ ਕਰਦਿਆਂ ਹੀ ਸਾਧ ਸੰਗਤ ਗਰਮ ਹੋ ਜਾਂਦਾ ਤੇ ਨਾਲੇ ਤੇ ਆਪ ਖਪ ਜਾਂਦਾ, ਨਾਲੇ ਜਿਹੜਾ ਸਾਹਮਣੇ ਬੈਠਾ ਉਹਦੇ ਹਿਰਦੇ ਨੂੰ ਜ਼ਖਮ ਹੁੰਦੇ। ਆਖੋ ਸਤਿਨਾਮ ਵਾਹਿਗੁਰੂ। ਉਹਦਾ ਹਿਰਦਾ ਵੀ ਦੁਖਦਾ ਏ। ਫਿੱਕਾ ਬੋਲਿਆ ਨਾਨਕ, ਫਿੱਕਾ ਬੋਲਿਆ, ਤਨ ਮਨ ਫਿੱਕਾ ਹੋਵੇ। ਇਹ ਸੱਚ ਜੇ। ਜਿੱਦਾਂ ਡੱਬੀ ਦੀ ਤੀਲ ਪਹਿਲਾਂ ਆਪ ਮੱਚਦੀ ਤੇ ਫਿਰ ਦੂਜੇ ਨੂੰ ਮਚਾਉਂਦੀ ਹੈ। ਜਦੋਂ ਆਪਾਂ ਫਿੱਕਾ ਬੋਲਦੇ ਪਹਿਲਾਂ ਆਪਣਾ ਅੰਦਰ ਬੀਪੀ ਵੱਧ ਜਾਂਦਾ, ਸ਼ੂਗਰ ਵੱਧ ਜਾਂਦੀ, ਸਰੀਰ ਕੰਬਣ ਲੱਗ ਪੈਂਦਾ, ਫਿਰ ਦੂਜੇ ਨੂੰ ਗਲਤ ਬੋਲਦੇ ਆ। ਇਸ ਕਰਕੇ ਮੇਰੇ ਪਾਤਸ਼ਾਹ ਕਹਿੰਦੇ, ਨਿਮਣ ਸੁਅੱਖਰ ਖਮਣ ਗੁਣ, ਜੇਹਬਾ ਮਣੀਆਂ ਮੰਤ। ਏਕ ਤਰ੍ਹਾਂ ਭੈਣੇ ਵੇਸ ਕਰ ਭੈਣੇ, ਆਸ ਤਿਆਰੀ ਕਰ, ਜੇ ਰੱਬ ਨਾਲ ਯਾਰੀ ਲਾਉਣੀ ਤਾਂ ਵਾਸਿਆ ਵੀ ਫਿਰ ਜਾ ਕੇ ਤੈਨੂੰ ਪਰਮੇਸ਼ਰ ਮਿਲੇਗਾ। ਸ਼ਲੋਕ ਮਹਲਾ ਨੌਵਾਂ। ਨਾਵੇਂ ਪਾਤਸ਼ਾਹ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ। ਧੰਨ ਸ਼੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ। ਧੰਨ ਸ਼੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ। ਧੰਨ ਸ਼੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ। ਤੇ ਕਿਸੇ ਨੇ ਪੁੱਛਿਆ ਕੀ ਮਿਲਦਾ? ਕਹਿੰਦੇ ਗੁਰੂ ਤੇਗ ਬਹਾਦਰ ਸਾਹਿਬ ਦਾ ਇਕੱਲਾ ਨਾਂ ਹੀ ਜਪੀ ਜਾਇਆ ਕਰ। ਗੁਰੂ ਤੇਗ ਬਹਾਦਰ ਸਾਹਿਬ ਦੇ ਨਾਂ ਵਿੱਚ ਕਿੰਨੀ ਸ਼ਕਤੀ ਹੈ। ਘਰ ਨਵ ਨਿਧ ਆਵੇ, ਤੇਰੇ ਘਰ ਭਰ ਜਾਣਗੇ। ਆਪਾਂ ਦਾ 4 ਵਾਰੀ ਕਿਹਾ, ਧੰਨ ਗੁਰੂ ਤੇਗ ਬਹਾਦਰ, ਧੰਨ ਗੁਰੂ ਤੇਗ ਬਹਾਦਰ, ਧੰਨ ਗੁਰੂ ਤੇਗ ਬਹਾਦਰ। ਤੇ ਮਹਾਰਾਜ ਕਹਿੰਦੇ ਕਰਦਾ ਰਿਹਾ ਕਰ, ਤੇਰਾ ਘਰ ਭਰ ਜੂਗਾ। ਘਰ ਤੇਰੇ ਘਰ ਦੇ ਵਿੱਚ ਕੋਈ ਕਮੀ ਨਹੀਂ ਆਉਂਦੀ। ਫੇਰ ਕਿਉਂ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ। ਸਤਿਗੁਰੂ ਦਰਸ਼ਨ ਦੇ ਰਹੇ ਸੰਗਤੇ, ਝੋਲੀਆਂ ਭਰ ਕੇ ਲੈ ਜਾਓ ਅੱਜ। ਇਹ ਵਾਰ-ਵਾਰ ਸਮਾਂ ਨਹੀਂ ਆਉਣਾ। ਜਿੱਦਣ ਆਪਾਂ ਮਰ ਗਏ ਨਾ, ਖੰਡ ਪਾਠ ਉਦਣ ਵੀ ਆਰੰਭ ਹੋਣਾ, ਪਰ ਉਦਣ ਆਪਾਂ ਸੁਣਨਾ ਥੋੜ੍ਹਾ। ਤੇ ਸ਼ਲੋਕ ਕਿੱਥੋਂ ਸੁਣਨੇ, ਅਰਥ ਨਹੀਂ। ਇਹ ਮੈਂ ਸਵੇਰੇ ਵੀ ਬੇਨਤੀ ਕੀਤੀ ਸੀ, ਭੈਣ ਦਾ ਧੰਨਵਾਦ ਹੈ। ਲਾਈਵ ਵੀ ਚਲੋ ਆਪਣੇ ਕੋਈ ਬਖਸ਼ਿਸ਼ ਯਾਦ ਬਣ ਜਾਣੀ। ਜਿਹੜੇ ਵਿਦੇਸ਼ਾਂ ਵਿੱਚ ਸੰਗਤ ਉਹਨਾਂ ਨੂੰ ਭੇਜ ਦਾਂਗੇ। ਇਹ ਗੁਰੂ ਸਾਹਿਬ ਦੀਆਂ ਬਖਸ਼ਿਸ਼ਾਂ ਨੇ। ਜਿਉਂਦੇ ਜੀ ਬਾਣੀ ਸਰਵਣ ਕਰੀਏ, ਮੁੜ ਕੇ ਤੇ ਫਿਰ ਲੋਕ ਲਾਜ ਹੀ ਹੈ। ਮੁੜ ਕੇ ਉਹ ਨਹੀਂ ਗੱਲ। ਮਹਾਰਾਜ ਨੇ ਬਾਣੀ 'ਚ ਕਹਿਦਾ ਨਾ, ਆਪਣ ਹੱਥੀਂ ਆਪਣਾ ਆਪੇ ਹੀ ਹੱਥਾਂ ਨਾਲ। ਇੱਕ ਬੀਬੀ ਨਾ ਦਾਨ ਬੜੀ ਤਕੜੀ ਸੀ ਘਰੋਂ ਭੈਣੋ, ਤੇ ਉਹਦੀਆਂ 5-4 ਨੌਵਾਂ, ਤੇ ਉਹ ਮੰਜੇ ਤੇ ਏਦਾਂ ਬੈਠੀ, ਬੱਚੇ ਚੰਗੇ ਸੀ। ਉਹਨੇ ਕਹਿਣਾ, ਕੁੜੀਓ ਆ ਮੰਗਤਾ ਆਇਆ, ਦਿਓ ਆਟਾ। ਕੁੜੀਓ ਸੂਟ ਦੇ ਦਿਓ, ਬਥੇਰੇ ਪੈ ਦੇ ਦਿਓ ਪੈਸੇ। ਇੱਕ ਮਹਾਂਪੁਰਖ ਆਏ, ਕਹੀਏ ਬਾਬਾ ਈਸ਼ਰ ਸਿੰਘ ਨਾਲ ਵੀ ਜੋੜਦੇ ਸਾਖੀ। ਤੇ ਮਹਾਂਪੁਰਖ ਆ ਕੇ ਕਹਿੰਦੇ, ਮਾਤਾ ਇਹ ਕੀ ਕਰਦੀ ਹੈ? ਕਹਿੰਦੀ ਦਾਨ ਪੁੰਨ। ਕਹਿੰਦੇ ਵੀ ਦਾਨ ਪੁੰਨ ਤਾਂ ਕਰਦੀ ਹੈ, ਪਰ ਤੇਰਾ ਤਰੀਕਾ ਨਹੀਂ ਸਹੀ। ਕਹਿੰਦੇ ਉਹ ਕਿਉਂ? ਕਹਿੰਦੇ ਵੀ ਤੂੰ ਤਾਂ ਹੁਕਮ ਚਲਾਉਂਦਾ ਹੀ ਹੈ। ਭਾਵੇਂ ਘਰ ਤੇਰਾ, ਬੱਚੇ ਤੇਰੇ ਨੇ, ਪਰ ਦਰਗਾਹ 'ਚ ਹੱਥੀਂ ਦਿੱਤਾ ਮਿਲਦਾ।
ਹੁਕਮ ਕੀਏ ਮਨ ਭਾਵੰਦੇ ਰਾ ਭੀੜੇ ਅੱਗੇ ਜਾਉਣ। ਇੱਥੇ ਹੱਥੀਂ ਕੀਤਾ ਮਿਲਣਾ ਏ, ਆਪਣ ਹੱਥੀਂ। ਕਹਿੰਦੇ ਜੀ ਕਿੱਦਾਂ ਸਾਧੂ ਪੁੱਜਿਆ ਮਿਲ ਪਿਆ। ਪੜ੍ਹ ਦਿਓ। ਏਕ ਜੋ ਸਾਧੂ ਮੋਹਿ ਮਿਲਿਓ, ਏਕ ਜੋ ਸਾਧੂ ਮੋਹਿ ਮਿਲਿਓ, ਏਕ ਜੋ ਸਾਧੂ ਮੋਹਿ ਮਿਲਿਓ, ਏਕ ਜੋ ਸਾਧੂ ਮੋਹਿ ਮਿਲਿਓ। ਤਿਨ ਲੀਆ ਅੰਚਲ ਲਾਏ, ਤਿਨ ਲੀਆ ਅੰਚਲ ਲਾਏ, ਤਿਨ ਲੀਆ ਅੰਚਲ ਲਾਏ, ਤਿਨ ਲੀਆ ਅੰਚਲ ਲਾਏ। ਏਕ ਜੋ ਸਾਧੂ ਮੋਹਿ ਮਿਲਿਓ, ਏਕ ਜੋ ਸਾਧੂ ਮੋਹਿ ਮਿਲਿਓ, ਜੋ ਸਾਧੂ ਮੋਹਿ ਮਿਲਿਓ, ਏਕ ਜੋ ਸਾਧੂ ਮੋਹਿ ਮਿਲਿਓ। ਸੰਗਤ ਵੀ ਸਾਧੂ ਆ। ਆਪਾਂ ਕਰਮਾਂ ਵਾਲੇ ਆ ਸਾਰੇ। ਆਪਾਂ ਨੂੰ ਸੰਗਤ 'ਚ ਥਾਂ ਮਿਲ ਗਈ। ਕਹਿੰਦੇ ਏਕ ਜੋ ਸਾਧੂ ਮੋਹਿ ਮਿਲਿਓ, ਤਿਨ ਲੀਆ ਅੰਚਲ ਲਾਏ। ਕੋਈ ਟ੍ਰੇਨ ਭਰੀ ਹੋਵੇ ਤੇ ਕੋਈ ਉੱਠ ਕੇ ਕਹਿ ਦੇ ਆ ਜਾ ਇੱਥੇ ਬਹਿ ਜਾ, ਤੇ ਬੰਦਾ ਕਹਿੰਦਾ ਤੇਰਾ ਧੰਨਵਾਦ, ਨਹੀਂ ਤੇ ਮੈਂ ਆਕੜ ਜਾਣਾ ਸੀ ਖਲੋ ਕੇ, ਮੇਰੇ ਲੱਕ 'ਚ ਦਰਦ ਪੈਂਦੀ ਆ। ਤੇ ਜਦੋਂ ਜਮਾਂ ਨੇ ਦਰਦ ਪਾਉਣੀ ਆ ਤੇ ਉੱਥੇ ਫਿਰ ਸਾਧੂ ਨੇ ਬਿਠਾਉਣਾ ਤੈਨੂੰ। ਤੇ ਸਾਧੂ ਤਾਂ ਬਿਠਾਉਣਗੇ ਜੇ ਚੰਗਾ ਕਰਮ ਕੀਤਾ ਹੋ। ਇਹ ਮਹਾਂਪੁਰਖ ਕਹਿੰਦੇ ਬੀਬੀ ਉੱਠ ਮੰਜੇ ਤੋਂ, ਕਮਲੀਏ ਉਮਰ ਤੇਰੀ ਥੋੜ੍ਹੀ ਰਹਿ ਗਈ, ਆਪ ਹੱਥੀਂ ਦਾਨ ਕਰ ਹੱਥੀਂ। ਆ ਨਵਾਂ ਪੁੱਤਾਂ ਵੱਲ ਨਹੀਂ ਵੇਖੀਦਾ ਹੁੰਦਾ, ਭਾਵੇਂ ਤੇਰੇ ਕਦਰ ਕਰਦੇ ਤੇਰੀ, ਤੇਰੇ ਵੱਲ ਵੇਂਦੇ, ਪਰ ਨਾ ਐਸੀ ਸਿੱਖਿਆ ਦੇ ਕੇ ਉਹਨੇ ਜਨਮ ਸਫਲਾ ਕਰ ਲਿਆ। ਤੋ ਇਸ ਕਰਕੇ ਸਾਧ ਸੰਗਤ ਜੀ ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਕਿਰਪਾ ਕਰਨ ਲੱਗੇ ਹਨ। ਧੰਨ ਮੇਰੇ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ। ਆਪਾਂ ਨੂੰ ਗੱਲ ਨਾ ਲਾਇਆ ਜੀ ਮਹਾਰਾਜ। ਹਾਂਜੀ। ਗੁਣ ਗੋਬਿੰਦ ਗਾਇਓ ਨਹੀਂ, ਜਨਮ ਅਕਾਰਤ ਕੀਨਾ। ਮਹਾਰਾਜ ਸੱਚੇ ਪਾਤਸ਼ਾਹ ਦੀਨਾ ਬੰਧੂ ਗਰੀਬ ਨਵਾਜ। ਤੁਸੀਂ ਵੀ ਜਿਨ੍ਹਾਂ ਨੂੰ ਆਉਂਦੀ ਬਾਣੀ ਨਾਲ ਬੋਲ ਦਿਆ ਕਰੋ ਭਾਈ ਸਾਹਿਬ ਦੇ ਥੱਲੇ ਜਾਂ ਮੋਬਾਈਲ ਕੱਢ ਲਓ ਆਈ ਗ੍ਰੰਥ ਤੇ ਮੇਰੇ ਸੱਚੇ ਪਾਤਸ਼ਾਹ ਕਹਿੰਦੇ ਗੁਣ ਗੋਬਿੰਦ ਗਾਇਓ ਨਹੀਂ। ਕਹਿੰਦੇ ਇੱਕ ਦਿਨ ਵੀ ਚੌਂਕੜਾ ਮਾਰ ਕੇ ਨਹੀਂ ਬੈਠਾ ਤੂੰ। ਸੰਗਤੇ ਅੰਦਰ ਝਾਤੀ ਮਾਰੀ ਚੱਲੇ ਹੁਣ ਆਪਾਂ ਵਿੱਚੇ ਬਾਣੀ ਦੇ ਵੀ ਆਪਣੀ ਉਮਰ ਕਿੰਨੀ ਹੋ ਗਈ ਤੇ ਰੋਜ਼ ਕਿੰਨੇ ਮਿੰਟ ਬਹਿੰਦੇ ਹੁੰਦੇ ਸਪੈਸ਼ਲ ਮਹਾਰਾਜ ਸੱਚੇ ਪਾਤਸ਼ਾਹ ਦੀ ਬੰਦਗੀ ਕਰਨ ਨੂੰ। ਮਹਾਰਾਜ ਕਹਿੰਦੇ ਗੁਣ ਗੋਬਿੰਦ ਗਾਇਓ ਨਹੀਂ। ਕਹਿੰਦੇ ਇੱਕ ਦਿਨ ਨਹੀਂ ਤੂੰ ਉਹਦੇ ਪਿਆਰ 'ਚ ਬੈਠਾ, ਜਨਮ ਆਕਾਰ ਥਕੀਣ। ਕਹਿੰਦੇ 70-80 ਸਾਲ ਦੀ ਉਮਰ ਉੱਦਾਂ ਹੀ ਲੰਘਾਤੀ, ਨਿਰਫਲੀ ਚਲੇ ਗਈ ਧੰਦਾਂ ਦੇ ਵਿੱਚ, ਕੰਮਾਂ ਦੇ ਵਿੱਚ, ਝੋਰਿਆਂ ਵਿੱਚ। ਇੱਕ ਮਿੰਟ ਵੀ ਸਾਈਂ ਨੂੰ ਨਹੀਂ ਗਾਇਆ। ਨਾਨਕ ਹਰ ਭਜ ਮਨਾ, ਜੇ ਵਿਦ ਜਲ ਕਮੀਨਾ। ਕਹਿੰਦੇ ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ, ਇਹ ਮੇਰਿਆ ਮਨਾ ਤੁਰ ਪਾ ਚੰਗਾ ਰਵੇਂਗਾ, ਆ ਜਾ ਹੁਣ ਹੀ ਟਾਈਮ ਹੈ। ਕਹਿੰਦੇ ਜਿੱਦਾਂ ਮੱਛੀ ਪਾਣੀ ਤੋਂ ਬਿਨਾਂ ਨਹੀਂ ਨਾ ਰਹਿੰਦੀ, ਸਿੱਖਾ ਗੁਰੂ ਤੋਂ ਬਿਨਾਂ ਗੁਜ਼ਾਰਾ ਨਹੀਂ ਹੈਗਾ। ਜਿੱਦਾਂ ਮੱਛੀ ਪਾਣੀ ਤੋਂ ਬਾਹਰ ਤੜਫ ਵੇਖਿਆ ਨਾ ਆਪਾਂ, ਉਦੋਂ ਚਲੋ ਨਹੀਂ ਸੀ ਇਸ ਬੰਨੇ ਆਏ ਪਸ਼ੂ ਚਾਰਨੇ ਤੇ ਮੱਛੀਆਂ ਫੜਨੀਆਂ, ਤੇ ਜਦੋਂ ਮੱਛੀ ਨੂੰ ਕੁੰਡੀ ਲਾਉਣੀ ਤੇ ਉਹਦੇ ਮੂੰਹ ਜਿਹੇ 'ਚ ਫਸ ਜਾਣੀ ਤੇ ਚੁੱਕ ਕੇ ਬਾਹਰ ਮਾਰਨੀ, ਤੇ ਕਿੱਦਾਂ ਉਹ ਤੜਫ ਤੜਫ ਕੇ ਮਰਦੀ ਹੈ। ਤੇ ਗੁਰਬਾਣੀ ਕਹਿੰਦੀ ਖੰਡ ਖੰਡ ਕਰ ਭੋਜਨ ਕੀਨੋ, ਤਊ ਨਾ ਬਿਸਰਿਓ ਪਾਣੀ। ਮੱਛੀ ਦਾ ਇੰਨਾ ਕੁ ਪਿਆਰ ਹੈ ਪਾਣੀ ਨਾਲ। ਸ਼ਿਕਾਰੀ ਨੇ ਕੱਢ ਕੇ ਤੜਫਾਈ, ਫਿਰ ਗਲ 'ਚ ਕਾਚੂ ਫੇਰਿਆ, ਛਿੱਲ ਲਾਈ, ਨਿੱਕੇ ਨਿੱਕੇ ਟੋਟੇ ਕਰਕੇ ਪਤੀਲੇ 'ਚ ਬਣਾਈ। ਜਦੋਂ ਪਤੀਲੇ 'ਚ ਰਿੱਝਦੀ ਰਹੀ, ਫਿਰ ਕਹਿੰਦੇ ਖੰਡ ਖੰਡ ਕਰ ਭੋਜਨ, ਵੀ ਦੰਦਾਂ ਦੇ ਨਾਲ ਚਿੱਥ ਕੇ ਗੁਰਬਾਣੀ ਜੀ ਹੁਣ ਦੰਦਾਂ ਨਾਲ ਚਿੱਥ ਕੇ ਕਹਿੰਦੇ ਭੋਜਨ ਬਣਾਇਆ, ਚੂਰਾ ਕਰਕੇ ਢਿੱਡ 'ਚ ਗਈ। ਇੰਨੀ ਤੰਗੀ ਦੇਤੀ ਤੇ ਜਦੋਂ ਖਾਧੀ, ਆਪਾਂ ਆਮ ਹੀ ਕਹਿੰਦੇ ਪਾਣੀ ਮੰਗੀ ਜੇ ਨਾ ਮੱਛੀ ਖਾਧੀ ਆ, ਇਹ ਕਹਾਵਤ ਤਾਂ ਬਣੀ ਸੀ। ਤੋ ਇਸ ਕਰਕੇ ਸਾਧ ਸੰਗਤ ਮੇਰੇ ਨਾਨਕ ਦੀ ਬਾਣੀ ਕਹਿੰਦੀ
ਮੱਛੀ ਤੜਫੀ, ਕੱਟੀ ਗਈ, ਟੋਟੇ ਕੀਤੇ, ਪਤੀਲੇ 'ਚ ਰਿੰਨਿਆ ਗਿਆ। ਫਿਰ ਉਹਨੂੰ ਦੰਦਾਂ ਨੇ ਚਿੱਥ ਕੇ ਜਦੋਂ ਢਿੱਡ 'ਚ ਗਈ ਤੇ ਫਿਰ ਕਹਿੰਦੀ ਹਾਏ ਪਾਣੀ, ਹਾਏ ਪਾਣੀ। ਤੇ ਅੱਜ ਉਦਾਹਰਨ ਗੁਰੂ ਤੇਗ ਬਹਾਦਰ ਸਾਹਿਬ ਨੇ ਮੱਛੀ ਦੀ ਲਈ। ਕਹਿੰਦੇ ਕਹੋ ਨਾਨਕ ਘਰ ਭੱਜ ਮਨਾ, ਕਹਿੰਦੇ ਤੁਰ ਪਾ, ਚੱਲ ਚੱਲ ਗੁਰੂ ਘਰ, ਟਾਈਮ ਨਾਲ ਪਹੁੰਚ। ਤੂੰ ਅੱਜ ਤੇ ਮਹਾਰਾਜ ਦੀ ਮਿਹਰ ਨਾਲ 2-2 ਗੱਡੀਆਂ ਖੜੋਤੀਆਂ, ਸਕੂਟਰੀਆਂ, ਪਰ ਨਹੀਂ ਜੀ ਕਰਦਾ। ਕਿਤੇ ਸਾਡੇ ਬਜ਼ੁਰਗ ਹੁੰਦੇ ਸੀ, ਪੈਰਾਂ 'ਚ ਜੁੱਤੀ ਨਹੀਂ ਸੀ, ਗਰੀਬੀ ਸੀ, ਤੁਰ ਕੇ ਚੱਲ ਜਾਂਦੇ ਸੀ ਹਜ਼ੂਰ ਸਾਹਿਬ। ਉਹਨਾਂ ਨੂੰ ਪਤਾ ਸੀ ਵੀ ਇੱਥੇ ਹੈ ਨਹੀਂ ਕੁਝ। ਹੁਣ ਐਡੇ ਨਿਕੰਮੇ ਹੋ ਗਏ, ਜੀ ਨਹੀਂ ਕਰਦਾ। ਮਹਾਰਾਜ ਸੱਚੇ ਪਾਤਸ਼ਾਹ ਹੁਣ ਵਿਦੇਸ਼ਾਂ 'ਚ ਸੰਗਤ ਹੈ, ਧੰਦਿਆਂ 'ਚ ਫਸੀ ਤੇ ਰੋ ਪੈਂਦੇ। ਉਹ ਸੇਵਾ ਕੀਆਂ ਨੂੰ ਕਹੀਦਾ ਨਾ ਪਿਆਰਿਓ, ਤੇ ਉਹ ਕਹਿੰਦੇ ਬਾਬਾ ਜੀ ਕਿਤੇ ਇੱਥੇ ਹੁੰਦੇ ਤੇ ਬਹਿੰਦੇ। ਮੈਂ ਕਿਹਾ ਜਿਹੜੇ ਹੈਗੇ ਉਹ ਕਿਹੜਾ ਆ ਗਏ, ਆਖੋ ਸਤਿਨਾਮ। ਭਾਗਾਂ ਤੋਂ ਬਿਨਾਂ ਨਹੀਂ। ਮੇਰੇ ਸੱਚੇ ਪਾਤਸ਼ਾਹ ਕਹਿੰਦੇ ਜਿੱਦਾਂ ਮੱਛੀ ਤੁਰਦੀ ਹੈ ਪਿਆਰੇ ਦੇ ਵੱਲ ਨੂੰ, ਉਹਦੇ ਬਿਨਾਂ ਨਹੀਂ ਰਹਿ ਸਕਦੀ। ਸਿੱਖਾ ਤੁਰ ਪਾ, ਚੱਲ ਚੱਲ ਪਿਆਰੇ ਦੇ ਕੋਲ, ਜਿੱਦਾਂ ਮੱਛੀ ਪਾਣੀ ਨੂੰ ਪਿਆਰ ਕਰਦੀ। ਉਦਾਹਰਨ ਗੁਰੂ ਤੇਗ ਬਹਾਦਰ ਸਾਹਿਬ ਨੇ ਕਿੱਡੀ ਚੁਣ ਕੇ ਲਈ ਕਿ ਜਿਹੜੀ ਮੱਛੀ ਹੈ, ਮੱਛੀ ਵੇਖੋ ਕਿੱਦਾਂ ਟੋਟੇ ਹੋ ਗਏ ਟੁਕੜੇ, ਪਰ ਉਹਨੇ ਪਾਣੀ। ਜਿਹੜਾ ਸਿੱਖ ਫਿਰ ਮੱਛੀ ਵਾਂਗੂ ਪਿਆਰ ਕਰਦਾ ਗੁਰੂ ਨੂੰ, ਬੰਦ ਬੰਦ ਤੇ ਕੱਟਿਆ ਗਿਆ, ਚਰਖੜੀ ਤੇ ਚੜ ਗਏ, ਪਰ ਗੁਰੂ ਨਹੀਂ ਵਿਸਾਰਿਆ। ਦੇਖਿਆ ਸੋ ਕਾਹੇ ਰਚਿਓ, ਨਿਮਕ ਨ ਹੋਏ ਉਦਾਸ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਗੰਦਗੀ ਦੇ ਨਾਲ ਕਿੰਨਾ ਪਿਆਰ ਕਰਦਾ। ਵਿਖਿਆਨ ਕਹਿੰਦੇ ਮਾੜੇ ਕੰਮਾਂ ਨੂੰ, ਜ਼ਹਿਰ ਨੂੰ ਕਹਿੰਦੇ ਐਂ ਚਿੰਬੜਿਆ ਸਵੇਰ ਤੋਂ ਸ਼ਾਮਾਂ ਤੱਕ ਘੁੱਟ ਕੇ, ਨਿਮਖ ਨਾ ਹੋਏ ਉਦਾਸ। ਕਿਤੇ 5 ਮਿੰਟ ਵੀ ਇਹ ਗੱਲ ਨਹੀਂ ਕਹਿੰਦਾ ਵੀ ਸਾਰਾ ਕੁਝ ਝੂਠ ਹੈ, ਮੈਨੂੰ ਗੁਰੂ ਦਾ ਨਾਂ ਲੈ ਲੈਂਦਾ। ਕਿਤੇ ਉਦਾਸ ਨਹੀਂ ਹੁੰਦਾ ਇਸ ਪਾਸਿਓ। ਹਾਂ, ਕੀਰਤਨ ਵੱਧ ਹੋ ਜੇ ਤੇ ਉਦਾਸ ਹੋ ਜਾਂਦਾ ਹੈ। ਕਈ ਬੰਦੇ ਮੈਂ ਵੇਖੇ ਵਿੱਚੇ ਬੋਲਦੇ, ਬਾਬਾ ਬਸ ਕਰੋ ਟਾਈਮ ਉੱਤੇ ਹੋ ਗਿਆ। ਮੈਂ ਕਿਹਾ ਉਹ ਹਜੇ ਓਨਾ ਨਹੀਂ ਹੋਇਆ, ਜਿੱਦਣ 4 ਜਣੇ ਲੈ ਗਏ ਫਿਰ ਉੱਤੇ ਹੋ ਜਾਣਾ। ਕਥਾ ਚੱਲਣ ਦੇ ਹੀ ਸੰਗਤ ਬੈਠੀ, ਬਾਬਾ ਜੀ ਟਾਈਮ ਤੇ ਕਦੇ ਦਾ ਆਇਆ, ਹੁਣ ਬਸ ਕਰ ਜੋ। ਤੇ ਗੁਰੂ ਤੇਗ ਬਹਾਦਰ ਸਾਈਂ ਜੀ ਕਹਿੰਦੇ ਗੁਰਦੁਆਰੇ ਜਾਵੇ 5 ਮਿੰਟ ਲੱਗਣ ਵੱਧ ਤੇ ਉਦਾਸ ਹੋ ਜਾਂਦਾ। ਕਥਾ ਚੱਲ ਰਹੀ 5 ਮਿੰਟ ਉੱਤੇ ਹੋ ਗਏ, ਉਦਾਸ ਹੋ ਜਾਂਦਾ। ਕੀਰਤਨ ਚੱਲਣ ਦਿਆ 5 ਮਿੰਟ ਇੱਕ ਸ਼ਬਦ ਪੜ੍ਹਤਾ ਵੱਧ ਰਾਗੀ ਨੇ, ਉਦਾਸ ਹੋ ਗਿਆ। ਪਰ ਕਹਿੰਦੇ ਜਿੱਥੇ ਗੰਦਗੀ ਅੱਗੇ ਆਪਾਂ ਉੱਦਾਂ ਉਦਾਹਰਨ ਦਿੰਦੇ ਨੇ ਨਾ ਤੁਹਾਨੂੰ, ਵੀ ਪੈਲਸਾਂ ਪੱਬਾਂ ਕਲੱਬਾਂ 'ਚ ਲੋਕੀ ਨਿਕਲਦੇ ਨੇ। ਅੱਜ ਮੇਰੇ ਗੁਰੂ ਤੇਗ ਬਹਾਦਰ ਨਾਲ ਹੋ ਕੇ ਕਹਿ ਰਹੇ, ਕਹਿੰਦੇ ਵਿਖਿਆਨ ਸਿਉ ਕਾਹੇ ਰਚਿਓ। ਕਹਿੰਦੇ ਕਿੱਦਾਂ ਚਿੰਬੜਿਆ ਪਿਆ ਹੈ ਗੰਦਗੀ ਨੂੰ, ਕਿਤੇ 2-4 ਮਿੰਟ ਹੀ ਇਹਦੇ 'ਚੋਂ ਨਹਾ ਧੋ ਕੇ ਨਿਕਲ ਆਇਆ ਕਰ। ਇਸ ਵੇਲੇ ਤੁਸੀਂ ਨਿਕਲ ਕੇ ਆਏ ਹੋ, ਤੁਹਾਡੇ ਵੱਡੇ ਭਾਗ ਨੇ। ਤੁਸੀਂ ਇਸ ਜੰਜਾਲ ਨੂੰ ਭੰਨ ਸੁੱਟਿਆ ਏ, ਨਹੀਂ ਤੇ ਭੰਨਣਾ ਔਖਾ ਹੈ। ਮਹਾਰਾਜ ਕਹਿੰਦੇ ਟਾਈਮ ਨਾਲ ਹੀ ਛੱਡਦੇ, ਇਹਨਾਂ ਨੂੰ ਬਾਅਦ 'ਚ ਤੰਗ ਕਰਨਗੇ। ਜਿੱਦਾਂ ਹੁਣ ਕਈ ਬੰਦੇ ਪੁੱਤਾਂ ਨੂੰ, ਪ੍ਰੋਪਰਟੀ ਨੂੰ, ਮਾਇਆ ਨੂੰ ਦਿਨੇ ਰਾਤ ਹਿਸਾਬ ਕਰੀ ਜਾਂਦੇ ਆ। ਤੇ ਪਾਤਸ਼ਾਹ ਕਹਿੰਦੇ ਜਦੋਂ ਮੌਤ ਆਉਂਦੀ ਫਿਰ ਧਿਆਨ ਵੀ ਉੱਧਰ ਹੀ ਜਾਂਦਾ। ਹੁਣ ਤੁਸੀਂ ਬਾਣੀ ਨਾਲ ਜੁੜੇ ਆ, ਤੁਹਾਡਾ ਧਿਆਨ ਇੱਧਰ ਜਾਂਦਾ ਹੈ। ਨਾਨਕ ਭਜ ਹਰਿ ਮਨਾ, ਕਰਹਿ ਨ ਜਮ ਕੀ ਪਾਸ। ਕਹਿੰਦੇ ਮੇਰਿਆ ਮਨਾ ਆ ਜਾ, ਗੁਰੂ ਦੇ ਕੋਲ ਬਹਿ ਜਾ। ਮੈਂ ਪੁੱਛਿਆ ਬਾਪੂ ਤੇਰੇ ਕੋਲ ਬਹਿ ਕੇ ਕੀ ਹੋਊਗਾ? ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਜਿਹੜਾ ਜਮਾਂ ਨੇ ਗਲ 'ਚ ਰੱਸਾ ਪਾਉਣਾ ਤੇਰੇ। ਹੁਣ ਕਈ ਬੰਦੇ ਕਹਿਣਗੇ ਜੀ ਜਾਮ ਹੁੰਦੇ ਆ, ਅਗਲਾ ਪਾਸਾ ਹੁੰਦਾ ਏ, ਨਰਕ ਸਵਰਗ ਕੋਈ ਨਹੀਂ। ਤੇ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਸਭ ਕੁਝ ਹੈ। ਹੁਣ ਆਪਾਂ ਆਮ ਹੀ ਗੱਲ ਕਰੀ ਦੀ ਨਾ ਵੀ ਬਾਬੇ ਡਰਾਉਂਦੇ ਆ, ਵੀ ਐਵੇਂ ਕਹਿ ਦਿੰਦੇ ਅਗਲੇ ਪਾਸੇ ਇੱਦਾਂ ਦਾ। ਬਾਬੇ ਨਹੀਂ ਡਰਾਉਂਦੇ। ਅੱਜ ਗੁਰੂ ਤੇਗ ਬਹਾਦਰ ਸਾਹਿਬ ਬੋਲਣ ਦੇ ਹੈ, ਕਹਿੰਦੇ ਸੱਜਣਾ ਤੂੰ ਤੇ ਆਉਣਾ ਹੀ ਭੋਗ ਤੇ ਉਦੋਂ ਜਦੋਂ ਸ਼ਲੋਕ ਸਾਰੇ ਪੜ੍ਹੇ ਜਾਂਦੇ ਆ। ਅੱਜ ਤੂੰ ਆ ਗਿਆ ਏ। ਮਹਾਰਾਜ ਕਹਿੰਦੇ ਆ ਜਾ ਸੰਗਤ ਵਿੱਚ। ਪੁੱਛਿਆ ਮੈਂ ਕੀ ਮਿਲੂਗਾ ਮੈਨੂੰ? ਆਪਾਂ ਕਹਿੰਦੇ ਨਾ ਵੀ ਘੰਟਾ ਇੱਕ ਗੁਰਦੁਆਰੇ ਬੈਠੇ, ਉਹ ਘੰਟਾ ਕੰਮ ਕਰਦੇ, ਗੇਟ ਬਣਾਉਂਦੇ ਤੇ ਰੁਪਈਆ 5000 ਬਣ ਜਾਣਾ। ਸੋਚੀਦਾ ਹੀ ਨਿਕਾ। ਪਰ ਮਹਾਰਾਜ ਕਹਿੰਦੇ ਯਾਦ ਰੱਖੀ ਜਿਹੜਾ ਸੰਗਤ ਕਰਦਾ ਏ, 5 ਮਿੰਟ ਦੀ ਸੰਗਤ ਵੀ 50 ਸਾਲ ਧੋ ਕੇ ਰੱਖ ਦਿੰਦੀ ਹੈ। ਤੋ ਮਹਾਰਾਜ ਸਾਹਿਬ ਜੀ ਕਹਿੰਦੇ ਪਰੈ ਨਾ ਜਮ ਕੀ ਫਾਸ, ਤੈਨੂੰ ਜਮਾਂ ਦੀ ਰੱਸੀ ਨਹੀਂ ਪਵੇਗੀ। ਦਰ ਨਾ ਕੋਈ ਆਉਂਦੇ ਹੋ,
ਲਿਓ ਜਰਾ ਤਨ ਜੀਤ। ਸਹਿਬ ਕਹਿੰਦੇ ਨੇ ਤਰਨ ਆਪੋ ਇਉਂ ਹੀ ਗਇਓ, ਲਿਓ ਜਰਾ ਤਨ ਜੀਤ। ਤਰਨ ਆਪੋ ਕਹਿੰਦੇ ਜਵਾਨੀ ਨੂੰ, ਕਹਿੰਦੇ ਜਵਾਨੀ ਮਾੜੇ ਕੰਮਾਂ 'ਚ ਹੀ ਲੰਘਾ ਲਈ। ਕਰ ਕਿਹੜੇ ਮਾੜੇ ਕੰਮ ਉਹ ਆਪਾਂ ਨੂੰ ਵੀ ਪਤਾ ਹੀ ਹੈ, ਚੋਰੀ ਯਾਰੀ ਜੁਆਰੀ ਆਸ਼ਕੀ, ਇਹਨਾਂ ਕੰਮਾਂ ਦੇ ਵਿੱਚ ਕਹਿੰਦੇ ਹੀਰੇ ਵਰਗੀ ਜਵਾਨੀ ਰੋਲਤੀ। ਹੁਣ ਕੀ ਹੋਇਆ, ਕਹਿੰਦੇ ਲਿਓ ਜਰਾ ਤਨ ਜੀਤ। ਹੁਣ ਕਹਿੰਦੇ ਵਡੇਪੇ ਨੇ ਕਬਜ਼ਾ ਕਰ ਲਿਆ ਕੇ, ਹੁਣ ਲੱਤਾਂ ਬਾਹਾਂ 'ਚੋਂ ਪੈਂਦਾ ਦਰਦ, ਸਿੱਧੇ ਹੋ ਕੇ ਨਹੀਂ ਬਹਿ ਹੁੰਦਾ, ਜ਼ੁਬਾਨ 'ਚ ਵਾਹਿਗੁਰੂ ਕਿਹਾ ਨਹੀਂ ਜਾਂਦਾ, ਅੱਖਾਂ 'ਚ ਪਾਣੀ ਚੋਂਦਾ ਏ, ਮੂੰਹ 'ਚ ਦੰਦ ਕੋਈ ਨਹੀਂ, ਦੰਦਾਂ ਤੋਂ ਬਿਨਾਂ ਆਵਾਜ਼ ਨਹੀਂ ਨਿਕਲਦੀ। ਤੇ ਮੇਰੇ ਸਾਹਿਬ ਜੀ ਕਹਿੰਦੇ ਸੋਹਣਿਆ, ਜਦੋਂ ਟਾਈਮ ਸੀ ਜਵਾਨੀ ਦਾ 4-4 ਘੰਟੇ ਬੰਦਗੀ ਦਾ, ਉਹ ਤਾਂ ਮਾੜੇ ਬੰਨੇ ਗੁਜ਼ਾਰਤਾ, ਤੇ ਹੁਣ ਤਾਂ ਤੈਨੂੰ ਵਡੇਪੇ ਨੇ ਆ ਕੇ ਜਿਤਨਾ ਕੀਤਾ। ਨਾਨਕ ਭਜ ਹਰ ਮਨਾ, ਆਦ ਜਗ ਹੈ ਪੀਤਾ। ਸਾਹਿਬ ਜੀ ਕਹਿੰਦੇ ਮੇਰੇ ਆ ਮਨਾ, ਤੁਰ ਪਾ ਚੱਲ ਜਾ, ਅਜੇ ਵੀ ਆਖੇ ਲੱਗ ਜਾ। ਕਹਿੰਦੇ ਬਾਬਾ ਨਹੀਂ ਲੱਗਦਾ, ਕੋਈ ਨਹੀਂ ਅਜੇ ਨਹੀਂ ਜਾਣਾ, ਕੋਈ ਨਹੀਂ ਰੁਕ ਜੀਏ। ਮਹਾਰਾਜ ਕਹਿੰਦੇ ਕੋਈ ਨਹੀਂ ਰੁਕ ਜੀਏ ਨਹੀਂ, ਔਦ ਜਾਤ ਹੈ ਬੀਤ। ਕਹਿੰਦੇ ਲੰਘੀ ਜਿਹੜੀ ਹੈਗੀ ਸੀ ਗਈ ਮਿੱਤਰਾ, ਜਿੱਦਾਂ ਪਾਣੀ ਦੇ ਘੜੇ ਦੇ ਵਿੱਚੋਂ ਪਾਣੀ ਦੀਆਂ ਬੂੰਦਾਂ ਮੁੱਕਦੀਆਂ ਏ, ਫੂਟੈ ਘਟ ਜਿਉ ਛਿਨ ਛਿਨ ਔਦ ਬਿਹਾਤ ਹੈ ਫੂਟੇ ਘਟ ਜਿਉ। ਕਹਿੰਦੇ ਜਿੱਦਾਂ ਕੱਚੇ ਘੜੇ 'ਚ ਪਾਣੀ ਬੂੰਦ ਬੂੰਦ ਕਰਕੇ ਖਤਮ ਹੋ ਜਾਂਦਾ, ਤੇਰੀ 70 ਸਾਲ ਸੀ ਵਿੱਚੋਂ 60 ਤੇ ਨਿਕਲ ਗਈ ਹੈ। ਹੋਗਾ ਜਿਹਾ ਨਹੀਂ ਪੈਂਦਾ, ਜੇ ਮੇਰੀ ਰੱਬ ਨੇ 60 ਸਾਲ ਲਿਖੀ, ਉਹ ਮੇਰੀ 30 ਤਾਂ ਗਈ। ਤੇ ਮਹਾਰਾਜ ਕਹਿੰਦੇ ਆਉਂਦਾ ਨਹੀਂ, ਕਹਿੰਦਾ ਜੇ ਨਹੀਂ ਮਨ ਜਿਹਾ ਕਰਦਾ ਕੋਈ ਨਹੀਂ, ਰੋਕ ਕੇ ਆਇਆ ਕਰਾਂਗੇ। ਇਹ ਬਚਨ ਹੀ ਹੋ ਰਿਹਾ ਜੀ ਹੁਣ ਸਾਰੇ। ਇਹ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਮਨਾ ਆ ਜਾ ਚੱਲੀਏ ਕਥਾ ਕੀਰਤਨ ਗੁਰਦੁਆਰੇ। ਮਨ ਕਹਿੰਦਾ ਨਹੀਂ ਅਜੇ ਨਹੀਂ ਦਿਲ ਕਰਦਾ, ਅਜੇ ਥੋੜਾ ਜਿਹਾ ਨਜ਼ਾਰਾ ਲੈ ਲਈਏ। ਉਹ ਕਹਿੰਦੇ ਕਿਉਂ? ਕਹਿੰਦੇ ਨਹੀਂ ਸੱਜਣਾ, ਔਦ ਜਾਤ ਹੈ ਬੀਤ, ਉਮਰ ਤੇ ਨਿਕਲ ਗਈ, ਵੇਣਾ ਕੀ ਹੈ, ਇਹ ਤਾਂ ਘਟਦੀ ਜਾਂਦੀ ਹੈ। ਬਿਰਧ ਪਇਓ ਸੁਝੈ ਨਹੀਂ, ਕਾਲ ਪੰਥਿਆ ਨਾ। ਧੰਨ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਲੈ ਆ ਗਈ ਬਰਾਤ, ਬਰਾਤ ਪਹੁੰਚ ਗਈ ਤੇ ਲਾਵਾਂ ਪੱਕੀਆਂ ਹੀ, ਕਿਉਂਕਿ ਸੰਬਤ ਸਾਹਾ ਤੇ ਜਦੋਂ ਸਾਹਾ ਲਿਖਿਆ ਜਾਵੇ, ਮਾਈਆ ਲੱਗ ਜੇ, ਤਰੀਕਾਂ ਰੱਖੀਆਂ ਜਾਣ ਤੇ ਬਰਾਤ ਜ਼ਰੂਰ ਆਊਗੀ। ਤੇ ਮੇਰੇ ਪਾਤਸ਼ਾਹ ਮਹਾਰਾਜ ਕਹਿੰਦੇ ਜਿੱਦਣ ਤੇਰਾ ਜਨਮ ਹੋਇਆ ਸੀ, ਸਾਹਾ ਤੇ ਤੇਰਾ ਉਦਣ ਹੀ ਵੱਜ ਗਿਆ ਸੀ, ਉਦਣ ਹੀ ਦਿਨ ਲਿਖਿਆ ਗਿਆ ਸੀ ਵੀ ਅੱਜ ਤੋਂ ਇੰਨੇ ਸਾਲਾਂ ਨੂੰ ਐਸ ਵਾਰ ਇੰਨੇ ਵਜੇ ਇਹਨੇ ਟਰਾਲੀ ਦੇ ਵਿੱਚ ਵੱਜ ਕੇ ਮਰ ਜਾਣਾ। ਮੇਰਾ ਮਿੱਤਰ ਪਰਸੋਂ ਚੌਥ, 3 ਬੇਟੀਆਂ ਛੋਟੀਆਂ ਛੋਟੀਆਂ, ਬੜਾ ਪਿਆਰ ਸੀ ਮੇਰੇ ਨੂੰ, ਟਰਾਲੀ ਦੇ ਵਿੱਚ ਸਿਰ ਵੱਜਾ ਮੋਟਰਸਾਈਕਲ ਤੇ, ਉੱਥੇ ਹੀ ਮੁੱਕ ਗਿਆ। ਬੜਾ ਮਨ ਨੂੰ ਵਿਰਾਗ ਵੀ ਆਉਂਦਾ, ਚਲੋ ਜੁੜੇ ਆ, ਪਰ ਸਿੱਖਿਆ ਵੀ ਮਿਲਦੀ ਹੈ ਵੀ ਜੇ ਉਹ ਨਹੀਂ ਰਹੇ ਤੇ ਮਨਾ ਆਪਾਂ ਕਿਹੜਾ ਰਹਿਣਾ। ਜਿਨ੍ਹਾਂ ਦੇ ਨਾਲ ਗਲ ਬੱਕੜੀਆਂ ਪਾਈਆਂ, ਫੋਟੋਆਂ ਖਿਚਾਈਆਂ, ਇਕੱਠੇ ਖੇਡੇ ਮੱਲੇ, ਅੱਜ ਵੇਖਦੇ ਆ ਉਹ ਬੰਦਾ ਲੱਕੜਾਂ 'ਚ ਮੱਚ ਕੇ ਸਵਾਹ ਹੋ ਗਿਆ, ਮਨ ਨੂੰ ਸੱਟ ਵੱਜਦੀ, ਮਨਾ ਰਹਿਣਾ ਤੂੰ ਵੀ ਨਹੀਂ। ਫਿਰ ਗੁਰੂ ਗ੍ਰੰਥ ਸਾਹਿਬ ਕੋ ਆਏ, ਮਹਾਰਾਜ ਨੂੰ ਪੁੱਛਿਆ, ਮਹਾਰਾਜ ਕਹਿੰਦੇ ਇੱਕ ਸੱਜਣ ਚੱਲੇ ਇੱਕ ਚੱਲ ਗਏ ਰਹਿੰਦੇ। ਆ ਜਿਹੜੇ ਕਹਿੰਦੇ ਤੇਰੇ ਤੁਰੇ ਫਿਰਦੇ ਦੀਦੇ ਤੈਨੂੰ ਨਾ, ਇਹਨਾਂ ਦੀ ਵੀ ਟਿਕਟ ਹੋਈ ਪਈ ਆ। ਮਾਰੇ ਸੱਚੇ ਪਾਤਸ਼ਾਹ ਕਹਿੰਦੇ ਬਿਰਧ ਪਇਓ ਸੂਝੈ ਨਹੀਂ, ਕਾਲ ਪਹੁੰਚਿਓ ਆਨ। ਕਹਿੰਦੇ ਤੈਨੂੰ ਪਤਾ ਨਹੀਂ ਲੱਗਦਾ, ਬਿਰਧ ਹੋ ਗਿਆ, ਦਾੜਾ ਚਿੱਟਾ ਹੋ ਗਿਆ, ਤੁਰਿਆ ਜਾਂਦਾ ਨਹੀਂ। ਕਹਿੰਦੇ ਆ ਗਿਆ ਹੀ, ਉਹ ਖੜੋ ਗਏ ਬੂਹੇ 'ਚ ਆ ਕੇ। ਤੇ ਬਾਬਾ ਫਰੀਦ ਸਾਹਿਬ ਕਹਿੰਦੇ ਮਲਕਲ ਮੌਤ ਜਾਂ ਆਪ ਸੀ, ਦਰਵਾਜ਼ੇ ਤੇ ਖੜੋਤੀ, ਕਹਿੰਦੀ ਚੱਲ ਗਏ? ਕਹਿੰਦਾ ਮੈਂ ਨਹੀਂ ਜਾਣਾ ਪੁੱਤ, ਮੈਨੂੰ ਕੁਝ ਹੁੰਦਾ ਲੈ ਕੇ ਜਾਓ। ਕਹਿੰਦੇ ਬਾਪੂ ਹੁਣ ਕਿੱਥੇ ਲੈ ਜਾਈਏ, ਹੁਣ ਤੇ ਹੁੰਦੀ ਦਾ ਹੀ ਆ। ਕਹਿੰਦਾ ਨਹੀਂ ਨਹੀਂ ਚੈੱਕ ਤੇ ਕਰਾ ਲਓ, ਕੀ ਤਾਂ 4 ਸਾਲ ਕੱਢ ਲਾ। ਮਲਕਲ ਮੌਤ ਜਾਂ ਆਪ ਸੀ। ਤੇ ਜਿਨ੍ਹਾਂ ਦੇ ਬਦਲੇ 2 ਨੰਬਰ ਦੇ ਕੰਮ ਕੀਤੇ, ਨਸ਼ੇ ਵੇਚੇ, ਸਮੈਕਾਂ ਵੇਚੀਆਂ, ਧੰਦੇ,
ਤਿਨਾਂ ਪਿਆਰਿਆਂ ਪਾਈਆਂ। ਰਿਸ਼ਤਾ ਬਨਾ ਜਿਨ੍ਹਾਂ ਨੂੰ ਲਿਆ ਲਿਆ ਕੇ ਫੜਾਉਂਦਾ ਸੀ ਦੱਥੀਆਂ, ਉਹਨਾਂ ਨੇ ਨਵਾ ਕੇ ਕਹਿੰਦੇ ਅਸੀਂ ਨਹੀਂ ਰੱਖਣਾ, ਲੈ ਜਾ ਇਹਨੂੰ। ਧੰਨ ਮੇਰੇ ਪਾਤਸ਼ਾਹ ਕਹਿੰਦੇ ਆ ਗਿਆ ਮੌਤ ਦਾ ਸਦਾ, ਉਹ ਬੂਏ ਤੇ ਆਨ ਖੜੋਤਾ। ਆਹ ਨਾਨਕ ਨਰ ਪਾਵਰੇ ਕਿਉ ਨਾ ਪਧੈ ਭਗਵਾਨ। ਕਹਿੰਦੇ ਹੇ ਬਾਬਰੇ ਕਮਲੇ ਮਨੁੱਖ, ਤੇਰੇ ਦਿਮਾਗ 'ਚ ਨੁਕਸ ਪੈ ਗਿਆ ਵੀ ਤੈਨੂੰ ਇੰਨੀ ਕਥਾ ਸੁਣਾਉਂਦਾ ਰਾਗੀ ਢਾਡੀ, ਇੰਨੀ ਬਾਣੀ, ਪਿੰਡ 'ਚ 5 ਗੁਰਦੁਆਰੇ, ਤੂੰ ਕਮਲਾ ਹੋ ਗਿਆ। ਤੈਨੂੰ ਇੰਨਾ ਗਿਆਨ ਪਤਾ ਹੁੰਦਿਆਂ ਵੀ ਕਹਿੰਦੇ ਕਹੋ ਨਾਨਕ ਨਰ ਬਾਬਰੇ। ਕਹਿੰਦੇ ਕਮਲਿਆ ਮਨਾ ਹੈ ਕਮਲੇ ਮਨੁੱਖ, ਕਾਤੋਂ ਪਾਗਲ ਬਣਦਾ, ਕਿਉਂ ਨਾ ਭਜੈ ਭਗਵਾਨ। ਕਾਤੋਂ ਨਹੀਂ ਗੁਰਬਾਣੀ ਪੜ੍ਹਦਾ, ਗੁਰੂ ਦੇ ਅੱਗੇ ਤਰਲਾ ਲੈਂਦਾ ਕਿ ਮਹਾਰਾਜ ਬਖਸ਼ ਲੈ। ਕਾਤੋਂ ਨਹੀਂ ਆਉਂਦਾ, ਤੈਨੂੰ ਪਤਾ ਵੀ ਇਹ ਸਾਰਾ। ਤੇ ਇਹ ਗੱਲ ਸੱਚੀ, ਇੱਕ ਪਿੰਡ ਦੇ ਵਿੱਚ ਰੋਜ਼ ਕੋਈ ਨਾ ਕੋਈ ਪ੍ਰੋਗਰਾਮ ਹੁੰਦਾ ਤੇ ਆਪਣਾ ਸ਼ਰੀਕਾਂ ਦਾ ਆਪਾਂ ਜਾਂਦੇ ਹਾਂ, ਉੱਥੇ ਨਵੇਂ ਤੋਂ ਨਵਾਂ ਕਥਾਵਾਚਕ ਰਾਗੀ ਢਾਡੀ ਹਰ ਕੋਈ ਸਾਦਾ, ਤੇ ਰੋਜ਼ ਇੰਨਾ ਕੁਝ ਸੁਣ ਕੇ ਵੀ ਪਕੌੜੇ ਖਾ ਕੇ ਕੰਨ ਢੱਕ ਕੇ ਮੋੜ ਆਉਣਾ। ਮਾਰੇ ਕਹਿੰਦੇ ਤੂੰ ਕਮਲਾ ਹੈ, ਤੈਨੂੰ ਪਤਾ ਨਹੀਂ ਲੱਗਦਾ ਵੀ ਭਾਈ ਸਾਹਿਬ ਕਹਿ ਰਿਹਾ ਹੈ। ਕਹਿੰਦਾ ਕੋਈ ਨਹੀਂ, ਭਾਈ ਤੇ ਕਹਿੰਦੇ ਰਹਿੰਦੇ। ਕਈ ਕਹਿਣਗੇ ਨਾ ਕਿਸੇ ਨੂੰ ਕਥਾ ਸੁਣਾਓ, ਉਹ ਇਹ ਤਾਂ ਉਹ ਰੋਜ਼ ਹੀ ਕਹਿੰਦੇ ਰਹਿੰਦੇ ਆ, ਬਥੇਰੇ ਇਹੋ ਜਿਹੇ। ਅੱਜ ਗੁਰੂ ਤੇਗ ਬਹਾਦਰ ਕਹਿੰਦੇ ਉਹ ਕਮਲਿਆ ਸਿਆਣਾ ਬਣ ਜਾ ਤੇ ਗੁਰੂ ਸਾਹਿਬ ਦੇ ਚਰਨ ਫੜ ਲੈ। ਅੰਧਾਰਾ ਸੰਪਤ ਸਗਲ ਜਿਨੇ ਆਪਣੀ ਕਰ ਮਾਰੇ। ਕਹਿੰਦੇ ਧਨ ਦਾਰਾ ਕਹਿੰਦੇ ਪਤਨੀ ਨੂੰ, ਸੰਪਤ ਕਹਿੰਦੇ ਤੇਰੀਆਂ ਗੱਡੀਆਂ, ਟਰੈਕਟਰ, ਆ ਤੇਰੀ ਮੋਟਰ, ਪੈਲੀ ਬੰਨਾ। ਕਹਿੰਦੇ ਜਿਹਨੇ ਆਪਣੀ ਕਰਮਾਨ, ਇਹਨੂੰ ਆਪਣੀ ਸਮਝਦਾ। ਹੁਣ ਕਈ ਬੰਦੇ ਗੁਸਤਾਖੀ ਮਾਫ, ਇੱਥੇ ਸ਼ਬਦ ਆ ਗਿਆ, ਧਨ ਦਿਨੇ ਰਾਤ ਮਾਇਆ 'ਚ ਹੀ ਲੱਗੇ। ਦਾਰਾ ਕਹਿੰਦੇ ਜਨਾਨੀ ਨੂੰ। ਤੇ ਕਈ ਮੈਂ ਵੇਖਿਆ ਉਹ ਬਸ ਸੂਟ ਲਾ ਲਿਆ, ਪਾ ਲਿਆ, ਗਹਿਣੇ ਬਣਾ ਲਏ, ਘੜ ਲਏ, ਉਹ ਬਸ ਆਪਣੀ ਮਸਤੀ 'ਚ ਹੀ ਲਮਾਰੇ। ਕਹਿੰਦੇ ਜਨਾਨੀ ਦੇ ਵਿੱਚ ਹੀ ਖਤਮ ਹੋ ਗਿਆ, ਤੇ ਬਹੁਤਿਆਂ ਦੀ ਇੱਦਾਂ ਹੀ ਖਤਮ ਹੋ ਗਈ। ਸੋ ਖੈਰ ਮਾਫ ਕਰਿਓ। ਮਹਾਰਾਜ ਕਹਿੰਦੇ ਧਨ ਦਾਰਾ ਸੰਪਤ ਸਗਲ, ਜਿਹਨੂੰ ਕਹਿੰਦਾ ਪਰੇ ਨਾ ਹੋਈ, ਮੇਰਾ ਤੇਰੇ ਬਿਨਾਂ ਜੀ ਨਹੀਂ ਲੱਗਦਾ। ਆਪਾਂ ਆਮ ਹੀ ਵਿਆਹ ਹੋਇਆ ਕਹੀਦਾ ਨਾ ਘਰ ਵਾਲੀ ਨੂੰ ਵੀ ਛੇਤੀ ਆ ਜੀ, ਮੇਰਾ ਦਿਲ ਨਹੀਂ ਲੱਗਣਾ। ਅੱਜ ਮਹਾਰਾਜ ਕਹਿੰਦੇ ਆ ਜਾ ਤੇਰਾ ਦਿਲ ਲਾਈਏ, ਆਖੋ ਸਤਿਨਾਮ। ਮਹਾਰਾਜ ਕਹਿੰਦੇ ਆਪਣੀ ਕਰਮਾਨ, ਇਹਨੂੰ ਭੱਜ ਭੱਜ ਕੇ ਚਿੰਬੜਦਾ ਘਰ ਵਾਲੀ ਨੂੰ ਵੀ ਛੇਤੀ ਆ ਜੀ, ਇਹ ਤੇਰੀ ਹੈ। ਨਾ ਨਾ, ਤੂੰ ਕੱਲ ਨੂੰ ਮਰ ਜਾਣਾ ਨੇ ਫੇਰ ਵਿਆਹ ਕਰਾ ਲੈਣਾ, ਆਖੋ ਸਤਿਨਾਮ। ਗੁਰਬਾਣੀ ਨੂੰ ਕੋਈ ਚੈਲੰਜ ਨਹੀਂ ਕਰ ਸਕਦਾ ਪਿਆਰਿਓ। ਮਹਾਰਾਜ ਕਹਿੰਦੇ ਤੂੰ ਟਰੈਕਟਰ ਤੇ ਭੱਜ ਕੇ ਚੜ੍ਹਦਾ ਹੈ, ਗੱਡੀ ਦੀ ਚਾਬੀ ਜੇਬ 'ਚ ਰੱਖਦਾ, ਤੇਰੀ ਹੈ। ਨਾ ਨਾ, ਜਿੱਦਣ ਤੂੰ ਮਰ ਗਿਆ ਮੁੰਡੇ ਨੇ ਪਹਿਲਾਂ ਚਾਬੀ ਕੱਢਣੀ, ਆਖੋ ਵੇਖ। ਫਿਰ ਮਹਾਰਾਜ ਕਹਿੰਦੇ ਪੈਲੀ ਬੰਦੇ ਨੂੰ ਭੱਜਦਾ ਹੀ। ਵੈਸੇ ਮਾਫ ਕਰਿਓ, ਤੁਹਾਡੇ ਭਾਗ ਜਾਗੇ, ਆਉਣਾ ਚਾਹੀਦਾ ਸੀ ਸਾਰੀ ਸੰਗਤ ਨੂੰ, ਕਿਉਂਕਿ ਆਪਾਂ ਧੰਦਿਆਂ ਵਾਲੇ ਹਾਂ। ਪਰ ਅੱਜ ਮਹਾਰਾਜ ਕਹਿੰਦੇ ਮੋਟਰ ਜਾਂਦਾ, ਕਹਿੰਦਾ ਮੇਰੀ ਪੈਲੀ, ਮੇਰੀ ਮੋਟਰ, ਮੇਰਾ ਨੁਕਸਾਨ। ਪਰ ਅੱਜ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਆਪਣੀ ਕਰਮਾਨ, ਇਹਨੂੰ ਆਪਣੀ ਸਮਝਦਾ ਹੈ। ਨਹੀਂ, ਤੇਰੀ ਬਹੁਤ ਵੱਡੀ ਗਲਤ ਫਹਿਮੀ ਹੈ। ਇਹ ਜਿਹੜੀ ਤੇਰੀ ਘਰ ਵਾਲੀ ਹੈ, ਤੇਰੇ ਬੱਚੇ ਆ, ਤੇਰੀਆਂ ਗੱਡੀਆਂ, ਤੇਰਾ ਬੈਂਕ ਬੈਲੈਂਸ ਹੈ, ਇਹ ਗਲਤੀ ਕਦੇ ਨਾ ਕਰੀ ਕਿ ਮੇਰਾ ਹੈ। ਇਨ ਮੈਂ ਕਛ ਸੰਗੀ ਨਹੀਂ, ਨਾਨਕ ਸਾਚੀ ਜਾਨ। ਮਹਾਰਾਜ ਕਹਿੰਦੇ ਇਹਨਾਂ ਚੋਂ ਇੱਕ ਵੀ ਚੀਜ਼ ਤੇਰੇ ਨਾਲ। ਜਨਾਨੀ ਨੇ ਪਿਛਾਂ ਹੋ ਜਾਣਾ, ਘਰ ਕੀ ਨਾਰ ਬਹੁਤ ਇਤਜਾਂ ਸਿਉ, ਸਦਾ ਰਹਿਤ ਸੰਗ ਲਾਗੀ, ਜਬ ਹੀ ਹੰਸ ਤਜੀਏ ਕਾਇਆ। ਕਹਿੰਦੇ 1 ਵੱਜ ਗਿਆ, ਹੁਣ ਤੇ ਨਵਾ ਲਓ, ਹੁਣ ਤੇ ਤਿਆਰੀ ਕਰ ਲਈਏ। ਬਾਬੇ ਨੂੰ ਵੀ ਫੋਨ ਲਾਓ, ਕਿੱਥੇ ਕੁ ਬੈਠਾ, ਉਹਨੂੰ ਕਿ ਆ ਜਾ ਅਰਦਾਸ ਕਰ। ਮੇਰਾ ਵਾਹ ਜ਼ਿਆਦਾ ਪੈਂਦਾ ਨਾ, ਕਿਉਂਕਿ ਭਾਈ ਨੂੰ ਜਾਣਾ ਹੀ ਹੁੰਦਾ ਮਰਗ ਤੇ। ਤੁਮਾਰੇ ਸੱਚੇ ਪਾਤਸ਼ਾਹ ਕਿਰਪਾ ਕਰਦੇ ਹੈ। ਮਹਾਰਾਜ ਕਹਿੰਦੇ ਇਨ ਮੈਂ ਕਛ ਸੰਗੀ, ਜਿੰਨਾ ਚੀਜ਼ਾਂ ਬਦਲੇ ਤੂੰ ਰੱਬ ਦੇ ਕਦੇ 5 ਮਿੰਟ ਨਹੀਂ ਬੈਠਾ ਗੁਰਦੁਆਰੇ, ਕਦੇ ਕਥਾ ਕੀਰਤਨ ਤੂੰ ਸੁਣਿਆ ਹੀ ਨਹੀਂ। ਕਹਿੰਦਾ ਨਹੀਂ ਬਾਬਾ ਜੀ, ਮੇਰਾ ਕੰਮ ਬਹੁਤ, ਮੇਥੋਂ ਨਹੀਂ ਬੈਠਾ ਜਾਣਾ। ਤੇ ਅੱਜ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਮੇਰਾ ਨਾ ਕਿਆ ਕਰ, ਇਹ ਤੇਰੇ ਨਾਲ ਨਹੀਂ ਜਾਣਾ। ਸੱਚੇ ਪਾਤਸ਼ਾਹ ਕਹਿੰਦੇ ਇੱਕ ਵੀ ਚੀਜ਼ ਨਹੀਂ ਜਾਵੇਗੀ।
ਪਤਤ ਹਰਨ ਪੈ ਹਰਨ ਹਾਰੇ ਅਨਾਥ ਕੇ ਨਾਥ। ਮਾਰੇ ਕਹਿੰਦੇ ਉਹ ਪਾਪੀਆਂ ਦਾ ਉਧਾਰ ਕਰਨ ਵਾਲਾ ਹੈ, ਸਾਰੇ ਡਰ ਦੂਰ ਕਰਨ ਵਾਲਾ ਹੈ ਪਰਮੇਸ਼ਰ। ਅਨਾਥ ਕੇ ਨਾਥ ਜੀ ਦਾ ਕੋਈ ਨਾ ਹੋਵੇ, ਉਹਦਾ ਉਹ ਪਹਿਲੀ ਪੰਕਤੀ 'ਚ ਦੱਸਤਾ ਵੀ ਤੇਰੇ ਨਾਲ ਕਿਸੇ ਨਹੀਂ ਜਾਣਾ, ਤੇ ਦੂਜੀ ਪੰਕਤੀ 'ਚ ਕਹਿਤਾ ਵੀ ਤੂੰ ਉੱਥੇ ਪਾਪੀ ਹੋਣਾ ਹੈ, ਤੈਨੂੰ ਉੱਥੇ ਬੰਨਿਆ ਜਾਣਾ ਹੈ, ਤੂੰ ਉੱਥੇ ਅਨਾਥ ਹੋ ਜਾਣਾ ਹੈ। ਅਨਾਥ ਪਤਾ ਕਿਹਨੂੰ ਕਹਿੰਦੇ? ਕਿਹਨੂੰ ਕਹਿੰਦੇ? ਜਿਹਦਾ ਕੋਈ ਨਾ ਹੋਵੇ। ਤੇ ਮਹਾਰਾਜ ਕਹਿੰਦੇ, ਕਹਿੰਦਾ ਮੇਰੇ 5 ਮੁੰਡੇ 6 ਪੋਤਰੇ 7 ਦੋਹਤੇ 9 ਭਤੀਜੇ, ਐਡਾ ਤਗੜਾ ਟੱਬਰ ਆ ਨਾ ਜਿਹੜਾ। ਮਹਾਰਾਜ ਕਹਿੰਦੇ ਤੂੰ ਅਨਾਥ ਹੋ ਜਾਣਾ ਜਿੱਦਣ ਤੇਰਾ ਸੰਸਕਾਰ ਹੋ ਗਿਆ। ਤੇ ਫਿਰ ਕੀ ਹੋਣਾ ਉੱਥੇ? ਕਹਿੰਦੇ ਉੱਥੇ ਉਹਦੀ ਯਾਦ ਆਉਣੀ। ਕੌਣ? ਅਨਾਥ ਕੇ ਨਾਥ। ਜਦੋਂ ਕੋਈ ਨਹੀਂ ਲਾਗੇ ਰਹਿ ਜਾਣਾ, ਫਿਰ ਇਹਨੇ ਕਹਿਣਾ ਮਹਾਰਾਜ ਬਚਾ ਲਓ। ਤੇ ਮਹਾਰਾਜ ਨੇ ਕਹਿਣਾ ਤੂੰ ਮੈਨੂੰ ਕਹਿੰਦਾ ਸੀ ਤੇਰੇ ਲਈ ਟਾਈਮ ਹੀ ਨਹੀਂ ਹੈਗਾ, ਮੇਰੇ ਕੋ ਨਹੀਂ ਤੇਰੇ ਕੋ ਵਕਤ ਬਹਿਣ ਨੂੰ। ਜੇ ਵੇਲਾ ਵਕਤ ਵਿਚਾਰੀਏ ਤਾਂ ਕਿਤ ਵੇਲਾ ਭਗਤ ਹੋਏ। ਕਉ ਨਾਨਕ ਤੇ ਜਾਨੀਐ ਸਦਾ ਬਸਤ ਤੁਮ ਸਾਥ। ਕਹਿੰਦੇ ਫਿਰ ਜੇ ਉਹਨੂੰ ਜਾਣ ਲਿਆਈ, ਉਹਦੇ ਬਾਰੇ ਸੁਣ ਲਿਆਈ, ਤੇ ਫਿਰ ਉਹਨੂੰ ਆਪਣਾ ਸਾਥੀ ਬਣਾ ਲਾ। ਜਾ ਜਾ ਕੇ ਬਹਿ ਜਾ ਕਰ ਗੋਡੇ ਫੜ ਕੇ ਗੁਰੂ ਰਾਮਦਾਸ ਦੇ, ਗੁਰੂ ਅਰਜਨ ਸਾਹਿਬ ਦੇ, ਬਾਬੇ ਨਾਨਕ ਦੇ ਚਰਨ ਫੜ ਲਾ, ਕਿਉਂਕਿ ਉਹਨੇ ਤੇਰਾ ਸਾਥ ਨਿਭਾਉਣਾ ਏ। ਇੱਥੇ 4 ਦਿਨਾਂ ਦਾ ਮੇਲਾ ਹੈ। ਧਨ ਧਨ ਜੇ ਤੋ ਕੋ ਦਿਓ ਤਾਂ ਸਿਉ ਨੇ ਹੋ ਨਾ ਕੀਨਾ। ਮਹਾਰਾਜ ਕਹਿੰਦੇ ਵੇਖ ਤੈਨੂੰ ਉਹਨੇ ਤਣ ਦਿੱਤਾ। ਤਣ ਦੇ ਵਿੱਚ ਕਿਹੜੀਆਂ ਚੀਜ਼ਾਂ ਏ? ਅੱਖਾਂ। ਅੱਗੇ ਆਪਾਂ ਉਦਾਹਰਨ ਦਿੰਦੇ ਹੁੰਦੇ, ਹੁਣ ਇੱਕ ਅੱਖ ਦਾ ਲੈਂਜ ਪਵਾਉਣਾ ਏ ਤੇ 80-90 ਹਜ਼ਾਰ ਰੁਪਈਆ, ਵਧੀਆ ਲੈਂਜ ਜਿਹੜਾ। ਤੇ ਗੁਰੂ ਪਾਤਸ਼ਾਹ ਕਹਿੰਦੇ ਤੈਨੂੰ 2 ਅੱਖਾਂ ਦਿੱਤੀਆਂ। ਹੁਣ ਕਿਸੇ ਨੇ ਗੁਰਦਾ ਪਵਾਉਣਾ ਏ ਤੇ ਇੱਕ ਗੁਰਦਾ 7-8 ਲੱਖ ਰੁਪਈਆ, ਕਿਡਨੀ ਪਵਾਉਣੀ 25-26 ਲੱਖ ਰੁਪਈਆ, ਦਿਲ ਦਾ ਵਾਲ ਵੂਲ ਹਿੱਲ ਗਿਆ ਤੇ ਮਹਾਰਾਜ ਇਸ ਪਾਸੇ ਨਾ ਤੁਰੇ। ਪਰ ਇੱਥੇ ਸਾਹਿਬ ਨੇ ਤੁਹਾਨੂੰ ਅੱਜ ਦੱਸਿਆ ਏ ਕਿ ਜਿਹੜਾ ਸ਼ੱਕ ਕਰਦਾ ਨਾ ਵੀ ਕੀਰਤਨ ਕਿਉਂ ਕਰੀਦਾ, ਗੁਰਦੁਆਰੇ ਕਿਉਂ ਜਾਈਦਾ, ਕਥਾ ਕਿਉਂ ਸੁਣੀ ਦੀ, ਸੁਣ ਲਓ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਤੈਨੂੰ ਗੁਰਦੇ, ਦਿਲ, ਪੈਰ, ਹੱਥ, ਆ ਦਿਮਾਗ, ਕਰੋੜਾਂ ਦੀ ਜਾਇਦਾਦ ਤੈਨੂੰ ਤੋਹਫੇ 'ਚ ਮਿਲੀ। ਤਨ ਫਿਰ ਮਾਰੇ ਕਹਿੰਦੇ ਧਨ ਜੇ ਤੋ ਕੋ ਦਿਓ। ਫਿਰ ਕਹਿੰਦੇ ਤੈਨੂੰ ਉਹਨੇ ਰੋਜੀ ਵੀ ਦਿੱਤੀ ਵੇ, ਤੇਰੇ ਕੋਲ ਗੱਡੀ ਵੀ ਆ, ਬੈਂਕ 'ਚ ਵੀ 4 ਪੈਸੇ ਹੈਗੇ ਆ, ਸੂਟ ਵੀ ਵਧੀਆ, ਜੇਬ ਬਟੂਏ 'ਚ ਵੀ 4 ਹੈਗੇ ਆ, ਤੇਰਾ ਦੁਨੀਆ 'ਚ ਵਧੀਆ ਚੱਲਣ ਦਿਆ ਕੰਮ, ਇਹ ਸਾਰਾ ਕੁਝ ਉਹਨੇ ਦਿੱਤਾ ਹੈ। ਤੇ ਫਿਰ ਕਹਿੰਦੇ ਤਾਂ ਸਿਓ ਨਿਹੋ ਨਾ ਕੀ। ਤੇ ਫਿਰ ਤੂੰ ਬਹਿੰਦਾ ਕਿਉਂ ਨਹੀਂ ਉਹਦੇ ਕੋਲ ਆ ਕੇ, ਜਿੰਨੇ ਤੈਨੂੰ ਇੰਨੀਆਂ ਕੋਈ ਦਿੱਤਾ। ਹੁਣ ਬੰਦੇ ਦੀ ਅੱਖ ਖਰਾਬ ਹੋ ਜੇ ਤੇ ਜਦੋਂ ਅੱਖਾਂ ਬਣਦੀਆਂ ਤੇ ਡਾਕਟਰ ਕੀ ਆਂਦਾ ਹੁੰਦਾ ਵੀ 1 ਹਫ਼ਤਾ ਬੋਲਣਾ ਨਹੀਂ ਤੇ ਬਾਹਰ ਨਹੀਂ ਆਉਣਾ, ਤੇ ਬਹਿੰਦੇ ਕਿ ਨਹੀਂ ਆਪਾਂ। ਤੇ ਮਹਾਰਾਜ ਕਹਿੰਦੇ ਜਿੰਨੇ ਲੈਂਜ ਪਾਇਆ ਉਹਦੇ ਆਖੇ ਲੱਗ ਗਿਆ। ਉਹਨੇ ਕਿਹਾ 15 ਦਿਨ ਬੈੱਡ ਰੈਸਟ ਕਰਨੀ ਤੇ ਕਰ ਲਈ। ਤੇ ਜਿੰਨੇ ਅੱਖਾਂ ਦਿੱਤੀਆਂ ਉਹਦੇ ਕੋਲ ਪਹਿਲੀ ਗੱਲ ਤੇ ਆਉਂਦਾ ਹੀ ਕੋਈ ਨਹੀਂ, ਤੇ ਜੇ ਆਉਂਦਾ ਵੀ ਆ ਤੇ ਬਸ ਪ੍ਰਸ਼ਾਦ ਲੈ ਕੇ ਭੱਜ ਜਾਂਦਾ। ਆਖੋ ਸਤਿਨਾਮ। ਹੁਣ ਲੱਤ ਟੁੱਟ ਗਈ ਹੈ, ਗੁਸਤਾਖੀ ਵਾਲ ਲੱਤ ਟੁੱਟ ਗਈ ਤੇ ਡਾਕਟਰ ਨੇ ਆਖਿਆ ਵੀ 6 ਮਹੀਨੇ ਬੈੱਡ ਰੈਸਟ ਕੀਤੀ ਕਿ ਨਹੀਂ? ਬੋਲੋ ਜੀ, ਕੀਤੀ ਹੈ ਨਾ। ਤੇ ਜਿਹਨੇ ਲੱਤਾਂ 2 ਦਿੱਤੀਆਂ ਉਹਦੇ ਕੋਲ ਚੌਂਕੜਾ ਵੱਜਦਾ ਹੀ ਨਹੀਂ ਤੇਰਾ। ਆਖੋ ਸਤਿਨਾਮ। ਹੁਣ ਗੋਡੇ ਨਵੇਂ ਪਵਾਏ ਕਿੰਨੇ ਦੇ ਪੈਂਦੇ ਆ? ਆਖੋ ਵਾਹਿਗੁਰੂ। ਹੈ ਗੋਡੇ ਪਾ ਕੇ ਉਹਨੇ ਜੋ ਜੋ ਦੱਸਿਆ ਡਾਕਟਰ ਨੇ ਉਹ ਮੰਨਿਆ, ਤੇ ਜਿਹਨੇ ਫਰੀ 'ਚ ਦਿੱਤੇ ਸੀ ਉਹਦੇ ਅੱਗੇ ਟਿਕੇ ਨਹੀਂ ਕਦੇ ਗੋਡੇ। ਇਹ ਮੈਂ ਨਹੀਂ ਕਹਿ ਰਿਹਾ, ਅੱਜ ਮੇਰੇ ਬਾਪੂ ਦਿਆਲ ਹੋਏ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਤਨ ਤਨ ਜੇ ਤੋ ਕੋ ਦਿਓ। ਇੰਨਾ ਕੁਝ ਤੈਨੂੰ ਦਿੱਤਾ ਹੋਏ ਤਾਂ ਸਿਓ ਨਿਹੋ ਨਾ ਕੀਨ, ਕਿਉਂ ਨਹੀਂ ਪਿਆਰ ਕਰਦਾ। ਕਉ ਨਾਨਕ ਨਰ ਬਾਵਰੇ ਕਹਿੰਦੇ ਐ ਬਾਬਰੇ ਮਨੁੱਖ, ਐ ਕਮਲੇ ਝੱਲੇ ਮਨੁੱਖ, ਕਾਹਤੋਂ ਡੋਲਦਾ ਫਿਰਦਾ? ਐਵੇਂ ਨਾ ਫਿਕਰ ਕਰਿਆ ਕਰ
ਆਪਾਂ ਸਾਰੇ ਡੋਲਦੇ ਆ, ਮੈਂ ਵੀ ਵਿੱਚੇ, ਮਹਾਰਾਜ ਕੀ ਕਰਾਂਗੇ, ਕੀ ਹੋਊਗਾ, ਕੀ ਬਣੂਗਾ। ਮਹਾਰਾਜ ਕਹਿੰਦੇ ਨਹੀਂ, ਇਹ ਤੇਰਾ ਕੰਮ ਨਹੀਂ, ਉਹਦਾ ਕੰਮ ਹੈ, ਉਹਨੇ ਆਪੇ ਵੇਖ ਲੈਣਾ, ਕਿਉਂਕਿ ਉਹਦੀ ਸਾਰੀ ਸ੍ਰਿਸ਼ਟੀ ਉਹਦੀ ਹੈ, ਤੂੰ ਡੋਲਣਾ ਨਹੀਂ। ਤੇ ਮਹਾਰਾਜ ਦੀ ਬਾਣੀ ਵੀ ਕਹਿੰਦੀ ਹੈ, ਚਿੰਤਾ ਨਾਨਕ ਚਿੰਤਾ ਮਤ ਕਰੋ, ਚਿੰਤਾ ਤੇ ਸਹੀ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਚੇਤੈ ਏਕ ਤਹੀਂ ਸੁਖ ਹੋਏ। ਇੱਕ ਨੂੰ ਚੇਤੇ ਕਰ। ਮਾਰੇ ਕਹਿੰਦੇ ਕਿਉਂ? ਕਹਿੰਦੇ ਚਿੰਤਤ ਹੀ ਦੀਸੈ ਸਭ ਕੋਈ। ਆ ਜਿੰਨੇ ਬੈਠੇ ਬਾਹਰ ਤੁਰੇ ਫਿਰਦੇ ਸਭ ਚਿੰਤਾ 'ਚ ਹੈ, ਸਭ ਦੁਨੀਆ ਪਰੇਸ਼ਾਨ ਹੈ। ਗੁਰਬਾਣੀ ਦਾ ਫੈਸਲਾ ਕਹਿੰਦੇ ਚਿੰਤਤ ਹੀ ਦੀਸੈ ਸਭ ਕੋਏ। ਸਾਰਿਆਂ ਦੇ ਮੂੰਹ ਦੇ ਰੰਗ ਉੱਡੇ ਹੈ, ਘਰੋਂ ਘਰੀ ਦੁਖੀ ਹੈ। ਕਹਿੰਦੇ ਚੇਤੇ ਏਕ ਤਹੀਂ ਸੁਖ ਹੋਏ। ਕਹਿੰਦੇ ਉਹਨੂੰ ਚੇਤੇ ਕਰ, ਧਨ ਸੰਪੈ ਸੁਖ ਦਿਓ ਆਰ ਜਿਹ ਨੀਕੇ ਤਾਮ। ਕਹਿੰਦੇ ਵੇਖ ਤੈਨੂੰ ਤਣ ਦਿੱਤਾ ਤੇ ਨਾਲੇ ਬਟੂਏ 'ਚ ਖਰਚਾ ਵੀ ਦਿੱਤਾ, ਸੰਪੈ ਸੰਪਤੀ ਦਿੱਤੀ, ਸੁਖ ਦਿਓ। ਏਸੀ ਲੱਗਾ ਤੇਰੀ ਗੱਡੀ 'ਚ, ਬੋਲੋ ਵਾਹਿਗੁਰੂ। ਤੇਰੀ ਕੋਠੀ 'ਚ ਏਸੀ, ਬੋਲੋ। ਤੇਰੇ ਦਫ਼ਤਰ 'ਚ ਏਸੀ, ਬੋਲੋ। ਤੇਰੇ ਸੂਟ ਕੇਸ ਵਿੱਚ 15 ਕੁੜਤੇ ਪਜਾਮੇ ਕਾਟਨ ਦੇ, ਬੋਲੋ। ਤੇਰੀ ਜੇਬ ਵਿੱਚ 50,000 ਦਾ ਮੋਬਾਈਲ, ਬੋਲ। ਤੇਰੇ ਕੋ 15 ਕਿੱਲੇ ਜ਼ਮੀਨ, ਬੋਲ। ਤੇਰੇ ਕੋ 1.5 ਕਰੋੜ ਦੀ ਕੋਠੀ, ਬੋਲ। ਮਹਾਰਾਜ ਕਹਿੰਦੇ ਅਰ ਜਿਹ ਨੀਕੇ ਤਾਂ, ਪਹਿਲਾਂ ਤਣ ਦਿੱਤਾ, ਫਿਰ ਬਟੂਆ ਦਿੱਤਾ, ਫਿਰ ਸੱਜਣ ਤਾਈ ਸੰਪਤੀ ਦਿੱਤੀ, ਫਿਰ ਸੁੱਖ ਦਿੱਤਾ, ਤੇ ਮਗਰੋਂ ਇੱਕ ਨਿੱਕਾ ਜਿਹਾ ਘਰ ਵੀ ਦਿੱਤਾ। ਅਰ ਜਿਹ ਨੀਕੇ, ਸੋਹਣਾ ਜਿਹਾ ਕੋਠੀ ਟਾਈਮ ਗੁਜ਼ਾਰਾ ਵਧੀਆ। ਆਪਾਂ ਆ ਜਿਹੜੇ ਵਿਚਾਰੇ ਕੁੱਲੀਆਂ 'ਚ ਗਟਰ ਦੇ ਉੱਤੇ ਬੈਠੇ, ਉਹ ਵੀ ਤਾਂ ਬੰਦੇ ਹੀ ਹੈ। ਪਰ ਸੰਗਤੇ ਸੱਚ ਹੈ, ਅੱਜ ਬਾਪੂ ਇੰਨਾ ਪਿਆਰ ਕਰਨ ਦੇ, ਇਦੋਂ ਵੱਧ ਤਾਂ ਕੁਛ ਵੀ ਨਹੀਂ ਹੋਣਾ। ਤੇ ਮਾਰੇ ਸੱਚੇ ਪਾਤਸ਼ਾਹ ਕਹਿੰਦੇ ਵੇਖ ਤੈਨੂੰ ਕਿੰਨਾ ਕੁਝ ਦਿੱਤਾ। ਨਾਨਕ ਸੁਨ ਰੇ ਮਨਾ ਸਿਮਰਤ ਕਾਹੇ ਨਾ ਰਾਮ। ਕਹਿੰਦੇ ਮੇਰੇ ਮਨਾ ਅਜੇ ਵੀ ਕੋਈ ਤੰਗੀ ਆ। ਇਹ ਗੱਲਾਂ ਸਾਰੀਆਂ ਆਪਣੇ ਤੇ ਢੁਕਦੀਆਂ, ਕਿਉਂਕਿ ਆਪਣੇ ਕੋਲ ਰੱਬ ਨੇ ਸਭ ਕੁਝ ਦਿੱਤਾ। ਮੈਨੂੰ ਲੱਗਦਾ ਜਿੰਨੇ ਬੈਠੇ ਕੋਈ ਇੱਕ ਅੱਧਾ ਛੱਡ ਕੇ ਨਹੀਂ, ਤੇ ਸਾਰਿਆਂ ਦੀ ਕਿਰਪਾ ਜੀ, ਮਹਾਰਾਜ ਦੀ ਮਿਹਰ। ਬੱਚੇ ਇੱਕ ਦੋ ਬਾਹਰ ਆ, ਕੋਈ ਤੰਗੀ ਨਹੀਂ, ਤੇ ਤਾਂ ਵੀ ਕਰੀ ਜਾਂਦੇ ਰਹੀ ਨੇ ਬਾਬਾ ਜੀ ਮੰਦਾ ਹੀ ਚੱਲਦਾ ਹੈ, ਨਹੀਂ ਕੁਛ ਕਰੀ। ਉਹ ਕਹਿੰਦਾ ਮੈਂ ਸੱਚੀ ਮੰਦਾ ਕਰ ਦੇਣਾ ਹੀ ਤੇਰਾ, ਜੇ ਤੂੰ ਚੜ੍ਹਦੀ ਕਲਾ 'ਚ ਰਿਹਾ ਕਰ। ਜੋ ਤੁਧ ਪਾਵੇ ਸਾਈ ਫਲੀਕਾਰ। ਇਹ ਮੈਨੂੰ ਕਿਸੇ ਬਜ਼ੁਰਗ ਨੇ ਕਿਹਾ, ਕਹਿੰਦੇ ਪੁੱਤ ਜਦੋਂ ਕੋਈ ਪੁੱਛੇ ਆਖੀਦਾ ਬਹੁਤਾ ਚੜ੍ਹਦੀ ਕਲਾ, ਉਹ ਰਸਨਾ ਤੇ ਕਿਤੇ ਬਾਣੀ ਹੁੰਦੀ ਪੂਰਾ ਹੋ ਜਾਂਦਾ। ਤੇ ਕਈ ਬੰਦਿਆਂ ਦੀ ਹੁੰਦੀ ਹੁੰਦਾ ਸਭ ਕੁਝ, ਉਹਨਾਂ ਕਹਿਣਾ ਹੈ ਨਹੀਂ, ਤੂੰ ਹਰੇਕ ਦਿਨ ਇੱਦਾਂ ਦਾ ਹੁੰਦਾ, ਸੱਚੀ ਨੰਗ ਹੋ ਜਾਂਦੇ। ਇਹ ਕੀ ਤਾਂ ਕਿਹੜੇ ਵੇਲੇ ਦਾ ਬੋਲਿਆ ਥਾਏ ਪੈ ਜਾਣਾ। ਤੋ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਨ। ਮੈਂ ਕਿਸੇ ਲਾਗਤ ਨਾਲ ਨਹੀਂ ਗੱਲ ਕਰਦਾ। ਇੱਥੇ ਕੋਈ ਸਿੰਘ ਸੀ, ਮੇਰਾ ਕੀ ਬਣਨਾ, ਤੇ ਏਦਾਂ ਕੋਈ ਸੇਵਾ ਏਦਾਂ ਰੱਖੀ, ਕੋਈ ਪ੍ਰੋਗਰਾਮ ਸੀ, ਤੇ ਮੈਂ ਕਿਹਾ ਵੀ ਵਾਹਿਗੁਰੂ ਆਪਾਂ ਰਲ ਮਿਲ ਕੇ ਸੇਵਾ ਕਰਨੀ ਹੈ, ਤੇ ਤੁਸੀਂ ਨਹੀਂ ਪਾਇਆ ਹਿੱਸਾ। ਕਹਿੰਦੇ ਤੁਸੀਂ ਤੇ ਬੇਸ਼ਰਮੀ ਫੜੀ। ਤੇ ਜੇ ਇੱਕ ਦਿਨ ਮਾਇਆ ਹੁਣ ਤੁਹਾਡੇ ਕੋਲ ਤੇ ਹੈਗੀ, ਤੁਸੀਂ ਤੇ ਕਥਾਵਾਚਕ ਬਥੇਰੇ ਲੋਕੀ ਦਿੰਦੇ, ਸਾਡੇ ਕੋਲ ਨਹੀਂ। ਮੈਂ ਕਿਹਾ ਤੇਰਾ ਭਲਾ ਹੋਵੇ, ਭਲਾ ਹੋਵੇ ਤੇਰਾ। ਉਸ ਬੰਦੇ ਦਾ 7 ਲੱਖ ਰੁਪਈਆ ਹਸਪਤਾਲ 'ਚ ਲੱਗਾ, ਤੇ ਹੁਣ ਉਸੇ ਮੂੰਹ ਨਾਲ ਕਹਿੰਦੇ ਅਰਦਾਸ ਕਰ ਦਿਓ ਮਹਾਰਾਜ ਮੌਕਾ ਦੇ ਦੇ। ਇਹ ਭਲਿਓ ਹੱਥ ਤਾਂ ਜੋੜੀ ਦੇ ਆ, ਇਹ ਕਿਤੇ ਮੰਗਤਾ, ਇਹ ਤੇ ਮਾਲਕ ਹੈ ਸ੍ਰਿਸ਼ਟੀ ਦਾ। ਪਰ ਕਈ ਵਾਰੀ ਬੰਦਾ ਜਲਦਬਾਜ਼ੀ 'ਚ ਬੋਲ ਜਾਂਦਾ ਜੇ, ਤੇ ਪੂਰਾ ਹੋ ਜਾਂਦਾ ਜੇ। ਇਹ ਲਿਖ ਲਿਓ ਕਾਪੀ ਤੇ, ਲਾਈਵ ਚੱਲਦਾ, ਸੰਗਤਾਂ ਵੇਖਦੀਆਂ। ਗੁਰੂ ਡਾਢੇ ਅੱਗੇ ਕਦੇ ਜਿੱਦ ਨਹੀਂ ਕਰਨੀ ਚਾਹੀਦੀ। ਨਹੀਂ ਦੇਣ ਜੋਗਾ ਤੂੰ ਕਹਿ ਵੀ ਪਿਆਰਿਆ ਆਪਾਂ ਕੌਣ ਦੇਣ ਜੋਗੇ। ਅਗਰ ਆਈ ਮੇਰੇ ਕੋ ਆਈ ਕਾਪੀ ਤੇ, ਇੱਕ ਬੀਬੀ ਨੇ 2 ਰੁਪਈਏ ਦਿੱਤੇ। 2 ਰੁਪਈਏ ਫੜਾ ਕੇ ਤੇ ਮੈਂ ਕਿਹਾ ਮਾਂ ਧੰਨਵਾਦ। ਕਹਿੰਦੇ ਗੁਰੂ ਨਾਨਕ ਸਾਹਿਬ ਮਿਹਰ ਕਰਨ, ਮੈਂ ਤੁਸੀਂ ਆਖਿਆ ਸੀ ਤੇ ਮੈਂ ਹੱਥ ਮਾਰਿਆ, ਤੇ ਮੇਰੇ ਇਹੋ ਹੀ ਸੀ ਮੇਰੇ ਕੋਲ, ਮੈਂ ਉੱਦਾਂ ਹੀ ਲਿਖਿਆ। ਸਾਧ ਸੰਗਤ ਜੀ ਬਸ ਇੰਨੀ ਆ, ਉਹਦਾ ਦੇਣਾ ਉਹਨੇ ਹੈ। ਪਰ ਜਿਹੜਾ ਜਿੱਦ ਕਰਨੀ ਨਾ ਤੇ ਮੇਰੇ ਦਿੱਤਿਆਂ ਲੰਗਰ ਹੀ ਚੱਲਣੇ ਆ, ਨਾ ਮੇਰੇ ਪੈਸਿਆਂ ਨਾਲ ਸੰਪੂਰਨਤਾ ਹੋਣੀ ਆ, ਤੇ ਜਿੱਦ ਮਾੜੀ। ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸੁਲਤਾਨਾ ਕਹੋ ਦਰ ਮੰਗਣ। ਕਦੋਂ ਏਦਾਂ ਹੁੰਦਾ? ਕਹਿੰਦੇ ਨਦਰ ਉਪੱਠੀ ਡਰਿਆ ਕਰ, ਡਰਿਆ ਕਰ।
ਉਹਦੀ ਨਜ਼ਰ ਮੰਗਿਆ ਕਰ। ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਕਹੋ ਨਾਨਕ ਸੁਨ ਰੇ ਮਨਾ, ਮੇਰਿਆ ਮਨਾ ਕਾਤੋਂ ਨਹੀਂ ਸੁਣਦਾ, ਕਿਉਂ ਨਹੀਂ ਜਪਦਾ। ਕਹੋ ਨਾਨਕ ਸੁਨ ਰੇ ਮਨਾ, ਸਿਮਰਤ ਕਹੇ ਨਾਮ। ਹੇ ਮੇਰਿਆ ਮਨਾ ਕਿਉਂ ਨਹੀਂ ਸਿਮਰਦਾ, ਸਭ ਸੁਖ ਦਾਤਾ ਰਾਮ ਹੈ, ਦੂਸਰ ਨਾਇਨ ਕੋਈ। ਕਹਿੰਦੇ ਸਾਰਿਆਂ ਸੁੱਖਾਂ ਦਾ ਦਾਤਾ ਇੱਕ ਵਾਹਿਗੁਰੂ ਹੈ, ਕੋਈ ਦੂਜਾ ਨਹੀਂ। ਐਵੇਂ ਨਾ ਪਿੱਪਲ ਨੂੰ ਜਾ ਕੇ ਪਾਣੀ ਪਾ ਦਿਆ ਕਰ, ਤਰੇਕ ਨੂੰ ਮੌਲੀ ਬੰਨ੍ਹ ਦਿਆ ਕਰ, ਪੱਥਰ ਦੇ ਉੱਤੇ ਤਿਲਕ ਲਾ ਦਿਆ ਕਰ। ਨਹੀਂ ਪੁੱਤ, ਸਾਰਿਆਂ ਨੂੰ ਦੇਣ ਵਾਲਾ ਇੱਕੋ ਹੀ ਹੈ। ਉੱਥੇ ਰਿਜੈਕਟ ਕਰਤਾ ਸਭ ਕੁਝ। 9 ਸਾਲਾਂ ਦੀ ਉਮਰ ਸੀ, ਜਨੇਊ ਨਹੀਂ ਪਾਇਆ, ਤੇ 9 ਸਾਲਾਂ ਦੀ ਉਮਰ ਸੀ, 10ਵੇਂ ਜੰਮ ਚ ਜਨੇਊ ਲੈਣ ਨਹੀਂ ਦਿੱਤਾ। ਇਹ 10ਵੇਂ ਪਾਤਸ਼ਾਹ ਕੁਰਬਾਨੀ ਦੇਣ ਗਏ ਨਾ, ਤੇ ਮਹਾਰਾਜ ਸੱਚੇ ਪਾਤਸ਼ਾਹ ਦੇ ਬੋਲ ਨੇ, ਕਹਿੰਦੇ ਸਾਰਾ ਕੁਝ ਦੇਣ ਵਾਲਾ ਪ੍ਰਮਾਤਮਾ ਹੈ, ਕਿਸੇ ਦੂਜੇ ਅੱਗੇ ਹੱਥ ਨਾ ਜੋੜੀ। ਚਲੋ ਸਤਿਕਾਰ ਸਭ ਦਾ ਕਰੋ, ਇਹ ਮੇਰੇ ਵੱਡੇ ਆ, ਤੁਸੀਂ ਕਿਸੇ ਦੀ ਰਿਸਪੈਕਟ ਕਰਨੀ ਹੋਰ ਗੱਲ ਹੈ, ਪਰ ਜੇ ਆਪਾਂ ਆਖੀਏ ਵੀ ਤੂੰ ਦਾਤਾ ਹੈ, ਤੂੰ ਰੱਬ ਹੈ, ਇਹ ਗੱਲ ਗਲਤ ਹੈ। ਸਤਿਕਾਰ ਕਰੋ, ਪੈਰ ਫੜੋ। ਜਦੋਂ ਸਤਿਕਾਰ ਕਰਕੇ ਇੱਕ ਤੋਂ ਮੰਗੋਗੇ, ਵਰਤਣਾ ਤੇ ਉਹਨੇ ਵੀ ਸੰਗਤ ਜੀ ਆ, ਵਿੱਚ ਸੰਗਤ ਹਰ ਪ੍ਰਭ। ਵੀ ਜੇ ਆਪਾਂ ਜਿੱਦ ਕਰੀਏ ਨਾ ਗੁਰੂ ਗ੍ਰੰਥ ਸਾਹਿਬ ਹੱਥ ਕੱਢ ਕੇ ਮੈਨੂੰ ਦੇਣ, ਤੇ ਇੰਨੀ ਆਪਣੀ ਭਗਤੀ ਨਹੀਂ। ਇਹ ਤੇ ਬਾਬਾ ਆਨੰਦ ਸਿੰਘ ਵਰਗੇ ਜਾਂ ਧੰਨੇ ਭਗਤ ਵਰਗੇ ਕਢਾ ਸਕਦੇ ਆ। ਆਪਾਂ ਸਿੱਧਾ ਕਹੀਏ ਨਾ ਗੁਰੂ ਗ੍ਰੰਥ ਸਾਹਿਬ ਸਿੱਧਾ ਤੈਨੂੰ ਗੱਫਾ ਦੇ ਦੇਣਾ, ਗੁਰੂ ਸੰਗਤ ਵਿੱਚ ਵਸਦਾ ਹੀ। ਉਹਨੇ ਪਤਾ ਨਹੀਂ ਕਿਹੜੀ ਰੂਹ ਚ ਵਸਣਾ, ਤੇ ਉਹਨੇ ਆਵਾਜ਼ ਮਾਰ ਕੇ ਕਹਿਣਾ ਉਰੇ ਆ ਕਾਕਾ, ਦੱਸ ਕੀ ਗੱਲ ਹੈ, ਜਾਂ ਕੰਮ ਹੋ ਗਿਆ ਤੇਰਾ। ਵਰਤਦਾ ਕਿ ਨਹੀਂ? ਤੇ ਕਈ ਗੱਲਾਂ ਮੈਂ ਵੇਖੀਆਂ ਵੀ ਅੱਜ ਵਰਤੀਆਂ। ਚਲੋ ਮਹਾਰਾਜ ਕਿਰਪਾ ਕਰੇ ਉਹਨਾਂ ਸੱਜਣਾ ਤੇ, ਰੁਲਦੇ ਫਿਰਦਿਆਂ ਕਿਸੇ ਦੀ ਬਾਂਹ ਫੜ ਲੈਣੀ, ਪਰ ਉਪਕਾਰ ਵੱਡਾ ਜੀ। ਮੰਨ ਲਓ ਕੋਈ ਰਸਤੇ 'ਚ ਖੜੋਤਾ ਵਿਚਾਰਾ, ਉਹ ਜ਼ਿੰਦਗੀ ਵੇਖਣ ਦਿਆ, ਹੁਣ ਇੱਧਰ ਨੂੰ ਸਮੈਕ, ਇੱਧਰ ਨੂੰ ਠੇਕਾ, ਇੱਧਰ ਨੂੰ ਪਤਤ ਪੁਣਾ, ਤੇ ਇੱਧਰ ਨੂੰ ਜ਼ਿੰਦਗੀ ਹੈ, ਤੇ ਤੇਰੇ ਹੱਥ ਵੱਸ ਹੈ, ਤੇ ਉਹਦੀ ਬਾਂਹ ਫੜ ਕੇ ਉਹਨੂੰ ਸਿੱਧੇ ਰਸਤੇ ਪਾ ਦੇ, ਉਹਦਾ ਵਿਚਾਰੇ ਦਾ ਘਰ ਵੱਸ ਗਿਆ, ਤੇ ਤੂੰ ਸਵਰਗ 'ਚ ਚੱਲ ਜਾਣਾ। ਕਿਉਂਕਿ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇਕੀਆਂ, ਲੱਖ ਨੇਕੀਆਂ ਚੰਗਿਆਈਆਂ ਰਾਤ ਦਿਨ ਸਜੀ, ਕਿਸੇ ਨੂੰ ਤੋਰਦੇ ਸਿੱਧੇ ਨੂੰ, ਜਾਂ ਤੈਨੂੰ ਮਹਾਰਾਜ ਕਹਿੰਦੇ ਮੈਂ ਬਖਸ਼ਿਆ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਮਹਾਂਪੁਰਖ ਵੀ ਕਹਿੰਦੇ, ਕਿੱਥੇ ਰਾਹ 'ਚੋਂ ਰੋੜੇ ਨੂੰ ਹਟਾਇਆ ਤੇ ਦੱਸ, ਕਿਸੇ ਰੋਂਦੇ ਨੂੰ ਹਸਾਇਆ ਤੇ ਦੱਸ, ਕਿਸੇ ਡਿੱਗੇ ਨੂੰ ਉਠਾਇਆ, ਕਿਸੇ ਦਾ ਜ਼ਖਮ ਪਾਟਾ ਸਵਾਇਆ ਤੇ ਦੱਸ, ਐਵੇਂ ਮਾਲਾ ਹੀ ਫੇਰੀ ਕੀਤਾ ਨਹੀਂ ਉਹ ਕੱਖ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਨੇ ਪਰਉਪਕਾਰ ਕੀਤਾ, ਸਿਰ ਦੇਣ ਗਏ। ਇਹ ਜਿੰਨੇ ਸ਼ਲੋਕ ਹੈ ਇਹ ਮਹਾਰਾਜ ਉੱਥੇ ਗਾਉਂਦਾ ਦਿੱਲੀ ਦੇ ਵਿੱਚ। ਸੱਚੇ ਪਾਤਸ਼ਾਹ ਕਹਿੰਦੇ ਦੂਸਰ ਨਾਹਿਨ ਕੋਏ, ਕੋਈ ਦੂਜਾ ਨਹੀਂ ਹੈ। ਉਹ ਵਾਹਿਗੁਰੂ ਨੂੰ ਯਾਦ ਕਰ, ਉਹਨੇ ਆਪੇ ਕਾਜ ਸਵਾਰ ਦੇਣੇ ਹਨ। ਨਾਨਕ ਸੁਨ ਰੇ ਮਨਾ, ਤੇ ਸਿਮਰਤ ਗਤ ਹੋਏ। ਕਹਿੰਦੇ ਮੇਰਿਆ ਮਨਾ, ਉਹਦਾ ਸਿਮਰਨ ਕਰ, ਤੇਰੀ ਗਤੀ ਉਹਨੇ ਕਰਨੀ। ਘਰਦਿਆਂ ਨੇ ਤੇ ਲੋਈ ਪਾ ਕੇ ਸੰਸਕਾਰ ਤੇ ਭੋਗ ਪਵਾ ਦੇਣਾ, ਪਰ ਗਤੀ ਨਹੀਂ ਹੁੰਦੀ। ਇਹ ਗਲਤ ਫਹਿਮੀ 'ਚ ਨਾ ਰਿਓ ਵੀ ਮੰਜਾ ਬਿਸਤਰਾ ਪ੍ਰਸ਼ਾਦਾ ਪਾਣੀ, ਕਈ ਬੜਾ ਕਰੋੜ ਕੇ ਕਹਿਣਗੇ ਬਾਪੂ ਜੀ ਦਾ ਮੰਜਾ ਹਾਜ਼ਰ ਹੈ, ਬਿਸਤਰਾ ਹਾਜ਼ਰ, ਚੱਪਲਾਂ ਹਾਜ਼ਰ ਹੈ, ਤੇ ਬੰਦਾ ਪੁੱਛੇ ਵੀ ਸੰਸਕਾਰ ਤੇ ਹੱਥੀਂ ਕੀਤਾ, ਪਵਾਉਣੀਆਂ ਕਿਹਨੂੰ ਜੀ? ਆਖੋ ਸਤਿਨਾਮ। ਉਹ ਤਾਂ ਚਲੇ ਗਿਆ, ਸਰੀਰ ਥੋੜਾ ਨਾਲ ਗਿਆ। ਤੋ ਇਸ ਕਰਕੇ ਮਹਾਰਾਜ ਕਹਿੰਦੇ ਗਤੀ ਨਹੀਂ ਹੁੰਦੀ, ਗਤੀ ਕਰਨੀ ਹੈ ਤੇਰੇ ਕਰਮਾਂ ਨੇ, ਕਰਮੀ ਆਪੋ ਇਹ ਨੇੜੇ। ਸੋ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਮੇਰਿਆ ਮਨਾ, ਉਹਦਾ ਸਿਮਰਨ ਸ਼ੁਰੂ ਕਰ ਦੇ, ਜਿੰਨੀ ਛੇਤੀ ਵੀ ਕਰ ਸਕਦਾ ਹੈ। ਇਹ ਸਿਮਰਤ ਗਤ ਪਾਈਐ, ਤੇ ਭਜਰੇ ਤੈ ਮੀਤ। ਕਹਿੰਦੇ ਜਿਹਦੇ ਸਿਮਰਨ ਦੇ ਨਾਲ ਗਤੀ ਹੋਣੀ ਹੈ, ਉਹਦੇ ਕੋਲ ਚੱਲ ਜਾ ਮਿੱਤਰਾ। ਏਦਾਂ ਨਾ ਕਰ, ਨਾ ਕਰਿਆ ਕਰ, ਉਹਦੇ ਬਿਨਾਂ ਤੇਰਾ ਗੁਜ਼ਾਰਾ ਨਹੀਂ। ਬਿਨ ਸਤਿਗੁਰੂ ਮੁਕਤ ਨਾ ਪਾਵੈ ਮੁਕਤ ਨਾ ਹੋਰਥ ਹੈ ਕੋਈ, ਪੁੱਛੋ ਵਿਵੇਕੀਆਂ। ਸਿਆਣਿਆਂ ਨੂੰ ਪੁੱਛ ਲਾ, ਕਹਿੰਦੇ ਗੁਰੂ ਤੋਂ ਬਿਨਾਂ ਗਤੀ ਨਹੀਂ ਹੁੰਦੀ। ਨਾਨਕ ਸੁਨ ਰੇ ਮਨਾ, ਔਦ ਕਟਤ ਹੈ ਨੀਤ। ਕਹਿੰਦੇ ਮਨਾ ਰੋਜ਼ ਘਟਦੀ ਜਾਂਦੀ,
24,000 ਅੱਜ ਗਿਆ ਜੇ ਆਪਣਾ। ਕਹਿੰਦੇ ਬੰਦੇ ਦੇ 10 ਰੁਪਈਏ ਡਿੱਗ ਪੈਣ ਨਾ ਤੇ 3 ਵਾਰੀ ਗੇੜਾ ਕੱਢ ਕੇ ਆਉਂਦਾ ਵੀ ਸ਼ਾਇਦ ਕਿਤੇ ਬੋਲੋ ਜੀ ਲੱਭ ਜਾਣ। ਕਹਿੰਦੇ ਏਡਾ ਭੋਲਾ ਹੀ ਰੋਜ਼ 24,000 ਸਵਾਸ ਇਹਦਾ ਡਿੱਗਦਾ ਤੇ ਪਿੱਛਾ ਭੌਂਕੇ ਨਹੀਂ ਵੇਖਦਾ। ਇੱਕ ਦਿਨ ਉਮਰ ਘਟ ਗਈ ਆਪਣੀ। ਅੱਜ ਤਰੀਕ ਕਿੰਨੀ ਆ? 7 ਹੋ ਗਈ ਨਾ, ਤੇ ਮਹੀਨਾ ਚੌਥਾ 4/7/2022 ਤੋਂ ਪਿਛਲਾ ਖਾਤਾ ਖਤਮ ਗਿਆ। ਕਈ ਜਨਮ ਦਿਨ ਤੇ ਕੇਕ ਕੱਟਦੇ ਨਾ, ਕਰਦ ਜੀ ਫੇਰਨਗੇ। ਤੇ ਮੈਂ ਪੁੱਛਿਆ ਵੀ ਇਹਦਾ ਕੀ ਮਤਲਬ ਆ? ਕਹਿੰਦੇ ਇਹਦਾ ਮਤਲਬ ਕੇਕ ਕੱਟ ਕੇ ਖਾਓ। ਆਖੋ ਸਤਿਨਾਮ। ਮੈਂ ਕਿਹਾ ਨਹੀਂ, ਇਹਦਾ ਮਤਲਬ ਇਹ ਹੈ ਜਦੋਂ ਕਰਦ ਜੀ ਫੇਰਦੇ ਆ, ਉਹ ਕਹਿੰਦਾ ਜੀ ਅੱਜ ਕਿੰਨਵਾਂ ਜਨਮ ਦਿਨ ਹੈ? 32ਵਾਂ, ਜਾਣੀ 32 ਸਾਲ ਤੇਰੇ ਕੱਟੇ ਗਏ, ਖਤਮ। ਤੇ ਮਗਰ ਇੱਕ ਮੋਮਬੱਤੀ ਜੀ ਜਗਦੀ ਹੁੰਦੀ, ਫੂਕ ਜੀ ਮਾਰਦਾ ਹੈ। ਮੈਂ ਕਿਹਾ ਇਹ ਕਿਉਂ ਮਾਰੀ? ਕਹਿੰਦੇ ਸਾਰੇ ਮਾਰਦੇ ਫੂਕ। ਮੈਂ ਕਿਹਾ ਨਹੀਂ, ਮੋਮਬੱਤੀ ਨੇ ਫੂਕ ਮਾਰ ਕੇ ਜਾਂਦੀ ਜਾਂਦੀ ਦੱਸ ਗਈ ਵੀ ਜਿੱਦਾਂ ਮੈਂ ਬੁਝ ਗਈ ਇੱਕ ਦਿਨ ਬੁਝੇਗਾ, ਬੰਦ ਹੋ ਜਾਣਗੀਆਂ ਅੱਖਾਂ ਉੱਖਾਂ ਸਾਰਾ ਕੁਝ, ਲੱਤਾਂ ਹੱਥ ਪੈਰ ਚੱਲਣੋਂ। ਇਹ ਬੜਾ ਵੱਡਾ ਰਾਜ ਜੇ। ਭਾਵੇਂ ਈਸਾਈਆਂ ਦਾ ਹਜ਼ਰਤ ਈਸਾ, ਉੱਧਰਲੇ ਕ੍ਰਿਸਚਨ ਲੋਕ ਇੱਦਾਂ ਕੱਢਦੇ, ਹੁਣ ਆਪਣੇ ਵਾਲੇ ਵੀ ਇੱਦਾਂ ਹੀ ਕਰਦੇ ਆ। ਪਹਿਲੋਂ ਆਪਣੇ ਹੁੰਦੇ ਸੀ ਵੀ ਕੜਾਹ ਪ੍ਰਸ਼ਾਦ ਬਣਾਉਣਾ, ਆਪ ਬਾਣੀ ਪੜ੍ਹ ਕੇ, ਰੁਮਾਲਾ ਲੈ ਕੇ ਗੁਰੂ ਘਰ ਆਉਣਾ। ਹੁਣ ਸਾਰੇ ਮਾਡਰਨ ਨਾ। ਚੱਲ ਮੈਂ ਕਿਹਾ ਉੱਦਾਂ ਦੀ ਕਥਾ ਕਰ ਦਈਏ ਵੀ ਜਦੋਂ ਫੇਰਦੇ ਵਿੱਚ ਕਰਦ ਤੇ ਸਮਝ ਲਾ ਵੀ ਇੰਨੇ ਸਾਲ ਖਤਮ। ਤੇ ਮੋਮਬੱਤੀ ਨੂੰ ਮਾਰੀ ਫੂਕ, ਤੇ ਮੋਮਬੱਤੀ ਕਹਿੰਦੀ ਚੰਗਾ ਪੁੱਤਰਾ, ਜਿੱਦਾਂ ਮੈਂ ਬੁਝੀ ਇੱਦਾਂ ਹੀ ਤੇਰਾ ਕੰਮ ਹੋ ਜਾਣਾ। ਤੇ ਅਸੀਂ ਕਿੰਨਾ ਹਾਸਾ ਆਉਂਦਾ ਵੀ ਉਹ ਚੀਜ਼ਾਂ ਕੋਈ ਸਿੱਖਿਆ ਦੇਣ ਦੀਆਂ, ਤੇ ਜਿਹੜਾ ਇਹ ਕੱਟਣ ਦਿਆ ਤੇ ਫੂਕ ਮਾਰਦਾ ਉਹ ਤਾੜੀਆਂ ਮਾਰ ਕੇ ਹੱਸੀ ਜਾਂਦਾ। ਉਹ ਸਾਰੇ ਕਹਿੰਦੇ ਹੈਪੀ ਬਰਥਡੇ ਟੂ ਯੂ, ਤੇ ਉਹ ਸਿਧਾਂਤ ਕਹਿੰਦੇ ਆ ਵੀ ਤੇਰੇ ਵਾਲਾ ਕੰਮ ਖਤਮ ਹੈ। ਵੇਖੋ ਕਿੰਨਾ ਬਾਵਰਾ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਕਹੋ ਨਾਨਕ ਸੁਣ ਰੇ ਮਨਾ, ਔਧ ਘਟਤ ਹੈ ਨੀਤ। ਕਹਿੰਦੇ ਰੋਜ਼ ਉਮਰ ਘਟਦੀ ਜਾਂਦੀ ਹੈ ਤੇ ਭੰਗੜੇ ਪਾਈ ਫਿਰਦਾ। ਆਖੋ ਸਤਿਨਾਮ। ਇਹਨੂੰ ਕੋਈ ਚੇਤਾ ਨਹੀਂ ਹੈ। ਸੋ ਗੁਰੂ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਦਇਆ ਰਹਿਮਤ ਕਰਨ। 10 ਸ਼ਲੋਕ ਜਿਹੜੇ ਸੰਪੂਰਨ ਹੋਏ ਹੈ। 10 ਤਰੀਕ ਨੂੰ ਖੰਡ ਜਾਪ ਹੋਣੇ, ਅੱਜ 7 ਹੈ। 8, 9, 10 ਪ੍ਰੇਮ ਦੇ ਨਾਲ ਆਪਾਂ ਇਸੇ ਤਰ੍ਹਾਂ ਚੱਲਣਾ ਹੈ। ਇਹ ਮੈਂ ਤਾਂ ਕੀਤਾ ਕਿਉਂਕਿ ਕੋਈ ਹੋਰ ਵੀ ਰੂਹ ਛਕ ਲੂਗੀ। ਚਲੋ 2-3 ਦਿਨ ਪੈ ਜਾਣਗੇ, ਕੋਈ ਨਾ ਕੋਈ ਲਾਹਾ ਲੈ ਲੂਗਾ। ਕਰਨ ਨੂੰ ਤਾਂ ਇੱਕੇ ਦਿਨ 'ਚ ਹੋ ਜਾਣਾ, ਪਰ ਗੁਰੂ ਦਾ ਖਜ਼ਾਨਾ ਜਿੰਨਾ ਵੀ ਖੋਲੀ ਜਾਓ, ਮਹਾਰਾਜ ਕਿਰਪਾ ਕਰਨ, ਆਪਾਂ ਅਰਥ ਨਹੀਂ ਕਰ ਸਕਦੇ। ਇਹ ਬਾਣੀ ਉੱਚੀ ਸੁੱਚੀ ਤੇ ਪੂਰੇ ਦੀ ਹੈ, ਅਧੂਰਿਆਂ ਦੇ ਵੱਸ ਦੀ ਬਾਤ ਨਹੀਂ। ਤੇ ਫਿਰ ਵੀ ਸਤਿਗੁਰੂ ਨੇ ਕੁੰਭ ਲਾਇਆ ਬੌਲੀ ਸਾਹਿਬ ਡੱਲਾ। 72 ਮਹਾਂਪੁਰਖਾਂ ਦੀ ਧਰਤੀ, 8 ਗੁਰੂ ਸਾਹਿਬ। ਇਸ ਧਰਤੀ ਤੇ ਕੁੰਭ ਲੱਗਾ, ਕਿਤੇ ਵਾਰ-ਵਾਰ ਨਹੀਂ ਲੱਗਣਾ। ਗੁਰਮੁਖ ਲਾਹਾ ਲੈ ਗਏ, 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 ਗੁਰਮੁਖ ਲਾਹਾ ਲੈ ਗਏ। ਮਹਾਰਾਜ ਸੱਚੇ ਪਾਤਸ਼ਾਹ ਮਨਮੁਖ ਚੱਲੇ ਪਤ ਗਵਾਏ ਜੀਓ। ਮਹਾਰਾਜ ਸਾਨੂੰ ਬਖਸ਼ੀ। ਗੁਰੂ ਤੇਗ ਬਹਾਦਰ ਸਾਹਿਬ ਕਿਰਪਾ ਕਰਿਓ, ਮਿਹਰ ਕਰਿਓ, ਆਪਣੀ ਦਇਆ ਕਰਿਓ। ਇਹ ਬਖਸ਼ਿਸ਼ ਹੀ ਹੈ। ਮੈਂ ਅੱਗੇ ਵੀ ਜ਼ਿਕਰ ਕੀਤਾ ਵੀ ਆਪਣੀ ਮਰਨ ਤੋਂ ਬਾਅਦ ਖੰਡ ਪਾਠ ਆਰੰਭ ਹੁੰਦਾ ਤੇ ਉਹ ਸੁਣਿਆ ਨਹੀਂ ਜਾਣਾ। ਇਹ ਆਪਣੇ ਸਾਰਿਆਂ ਦਾ ਹੀ ਹੈ, ਤੁਹਾਡਾ ਸਹਿਯੋਗ ਹੈ। ਇਹ ਸਮਝ ਲਓ ਵੀ ਆਪਦਾ ਹੀ ਸੁਣਦਾ ਹੈ। ਆਪਾਂ ਆਪਣਾ ਹੱਥੀਂ ਆਪਣਾ ਆਪੇ ਹੀ ਕਾਜ ਸਵਾਰੀਏ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਾਜ ਸਵਾਰਦੇ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।